अमृत न होती, जो पै करना निधान की। जिसमें अमृत ज्ञान है, मानक भगत वैरागो। श्री गुरु ग्रंथ साहिब उदद, बंदों कर अनुराग। एक अंकार सतगुरु, देह प्रसाद सच होए। वाहिगुरु जी की फतेह, गन विनाशन। श्री वाहिगुरु जी की फतेह है, विघ्न विनाशन सोए। चढ़ियंत डंक नौवत बजंत, तृष्यंत शत्र श्रोणे सुनंत। बोलत न कीव सतगुर प्रताप, जह कहाँ होत करतार जाप। वाहिगुरु जी का खालसा, वाहिगुरु जी की फतेह। तत पावन गुरता गद्दी ते विराजमान गुरु ग्रंथ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸ਼ੋਭਤ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਨ ਕੀਤੇ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਸਰਵਨ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰ ਹੋਏ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦਾ ਇਤਿਹਾਸ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੜ੍ਹਿਅੰਤ ਡੰਕ ਨੌਵਤ ਬਜੰਤ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਨਗਾਰੇ ਨੇ ਉਹਨਾਂ ਦੇ ਉੱਪਰ ਚੂੜਾਂ ਲੱਗ ਰਹੀਆਂ ਅਤੇ ਉਹਨਾਂ ਨਗਾਰਿਆਂ ਦੀ ਵੱਡੀ ਆਵਾਜ਼ ਆ ਰਹੀ ਹੈ। ਤ੍ਰਿਸ਼ਯੰਤ ਸ਼ਤਰ ਸ਼੍ਰੋਣੇ ਸੁਨੰਤ। ਜਦੋਂ ਦੁਸ਼ਮਣ ਮਹਾਰਾਜ ਦੇ ਵੱਜਦੇ ਹੋਏ ਨਗਾਰੇ ਦੀ ਆਵਾਜ਼ ਸੁਣਦਾ, ਡਰ ਪੈਦਾ ਹੁੰਦਾ। ਐਸਾ ਰਣਜੀਤ ਨਗਾਰਾ ਵੱਜਦਾ ਹੈ ਜਿਹਦੀ ਆਵਾਜ਼ ਸੁਣ ਕੇ ਦੁਸ਼ਮਣ ਭੈ ਭੀਤ ਹੁੰਦੇ ਹਨ। ਬੋਲਤ ਨਕੀਬ ਸਤਿਗੁਰ ਪ੍ਰਤਾਪ, ਜਿਹੜੇ ਮਹਾਰਾਜ ਦੇ ਨਕੀਬ ਨੇ, ਪਹਿਰੇਦਾਰ, ਦਰਵਾਜ਼ੇ ਤੇ ਖੜਨ ਵਾਲੇ, ਅੱਗੇ ਚੱਲ ਕੇ ਆਵਾਜ਼ ਦੇਣ ਵਾਲੇ, ਸਤਿਗੁਰਾਂ ਦੇ ਭਾਰੀ ਪ੍ਰਤਾਪ ਨੂੰ ਕਹਿ ਰਹੇ ਹਨ। ਜਹ ਕਹਾਂ ਹੋਤ ਕਰਤਾਰ ਜਾਪ। ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਕਿੱਥੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ, ਮੂਲ ਮੰਤਰ ਦਾ ਜਾਪ, ਵਾਹਿਗੁਰੂ ਮੰਤਰ ਦੇ ਜਾਪ ਹੋ ਰਹੇ ਹਨ। ਡੰਕੇ ਰਣੰਕ ਖੜਕੈ ਘੜਿਆਲ। ਸੋ ਕਹਿਣ ਲੱਗੇ ਬਹੁਤ ਜ਼ਿਆਦਾ ਡੰਕੇ ਵੱਜਦੇ ਪਏ ਅਤੇ ਬਹੁਤ ਜ਼ਿਆਦਾ ਘੜਿਆਲ ਜਿਹੜੇ ਨੇ ਉਹ ਖੜਕਦੇ ਪਏ। ਐਸੀ ਆਵਾਜ਼ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਜਾਂਦੀ ਹੈ। ਦਰ ਪੜ੍ਹੈ ਹੈ ਭਾਟ ਕੀਰਤ ਵਿਸਾਰ। ਕਹਿਣ ਲੱਗੇ ਮਹਾਰਾਜ ਦੇ ਦਰ ਦੇ ਉੱਪਰ ਬੇਅੰਤ ਭੱਟ ਜਿਹੜੇ ਨੇ ਉਹ ਕੀਰਤੀ ਕਰਦੇ ਪਏ। ਬੇਅੰਤ ਭੱਟ ਜਿਹੜੇ ਨੇ ਉਹ ਜਸ ਗਾਉਂਦੇ ਪਏ ਹਨ। ਬਜਯੰਤ ਸੰਖ ਤੁਰਰੀ ਅਨੇਕ। ਕਹਿਣ ਲੱਗੇ ਅਨੇਕ ਤਰ੍ਹਾਂ ਦੇ ਸੰਖ ਵੱਜਦੇ ਪਏ, ਅਨੇਕ ਤਰ੍ਹਾਂ ਦੀਆਂ ਤੁਰਲੀਆਂ ਸ਼ਹਿਨਾਈਆਂ ਵੱਜਦੀਆਂ ਪਈਆਂ। ਤੋ ਐਸੇ ਸਾਜ਼ ਜਿਹੜੇ ਨੇ ਸਤਿਗੁਰਾਂ ਦੇ ਦਰ ਤੇ ਸੁਸ਼ੋਭਤ ਹੁੰਦੇ ਹਨ। ਸੁਣ ਉਠਤ ਸਿੱਖ ਧਾਰਤ ਵਿਵੇਕ। ਤੇ ਜਦੋਂ ਇਹ ਆਵਾਜ਼ ਸਿੱਖਾਂ ਦੇ ਕੰਨਾਂ ਵਿੱਚ ਪੈਂਦੀ ਹੈ, ਹੁਸ਼ਿਆਰ ਹੋ ਕੇ ਉੱਠ ਪੈਂਦੇ। ਜਦੋਂ ਅੰਮ੍ਰਿਤ ਵੇਲੇ ਨਗਾਰਾ ਵੱਜਦਾ, ਨਗਾਰਾ ਵਜਾਇਆ ਇਸ ਵਾਸਤੇ ਜਾਂਦਾ ਅੰਮ੍ਰਿਤ ਵੇਲਾ ਹੋ ਗਿਆ, ਸੰਗਤਾਂ ਨੂੰ ਉੱਠਣ ਦਾ ਹੋਕਾ ਦਿੱਤਾ ਜਾਂਦਾ ਅਤੇ ਸਮੇਂ ਸਮੇਂ ਮੁਤਾਬਕ ਜਿਹੜੇ ਮਹਾਰਾਜ ਦੇ ਸੇਵਾਦਾਰ ਨੇ ਕਈ ਤਰ੍ਹਾਂ ਦੇ ਸਾਜ਼ਾਂ ਨੂੰ ਵਜਾਉਂਦੇ। ਉਹਨਾਂ ਸਾਜ਼ਾਂ ਦੀ ਆਵਾਜ਼ ਸੁਣ ਕੇ ਕਹਿਣ ਲੱਗੇ
ਕਈ ਤਰ੍ਹਾਂ ਦੇ ਸਿੱਖ ਉੱਠ ਕੇ ਸਾਵਧਾਨ ਹੁੰਦੇ ਹਨ। ਮੰਗਲ ਮਹਾਨ ਮੰਦਰ ਸੋ ਪੌਰ। ਤੇ ਸਤਿਗੁਰਾਂ ਦੇ ਦਰ ਦੇ ਦਰਵਾਜ਼ੇ ਦੇ ਉੱਪਰ ਕਈ ਤਰ੍ਹਾਂ ਦੇ ਮੰਗਲ ਹੋ ਰਹੇ, ਖੁਸ਼ੀਆਂ ਹੋ ਰਹੀਆਂ ਹਨ। ਕਿਆ ਗੰਤ ਨੀਂਦ ਹਿੰਦਵਾਨ ਮੋਰ। ਤੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਜਦੋਂ ਨਗਾਰਾ ਵੱਜਦਾ ਨਾ ਅੰਮ੍ਰਿਤ ਵੇਲੇ, ਮਹਾਰਾਜ ਆਪ ਵੀ ਉੱਠ ਪੈਂਦੇ, ਆਪ ਵੀ ਉੱਠ ਕੇ ਇਸ਼ਨਾਨ ਪਾਨ ਕਰਦੇ ਤਿਆਰ ਹੁੰਦੇ ਹਨ। ਇਸ ਕਾਲ ਅਲੰਕ੍ਰਿਤ ਆਏ ਦਾਸ। ਤੇ ਕਹਿਣ ਲੱਗੇ ਉਸ ਵੇਲੇ ਵਰਦੀ ਆਦਿਕ ਨਾਲ ਸਜਿਆ ਫਬਿਆ ਮਹਾਰਾਜ ਦਾ ਦਾਸ ਆ ਜਾਂਦਾ। ਜਿਸ ਵੇਲੇ ਮਹਾਰਾਜ ਅੰਮ੍ਰਿਤ ਵੇਲੇ ਉੱਠਦੇ ਨੇ, ਉਸ ਵੇਲੇ ਮਹਾਰਾਜ ਦੇ ਸੇਵਕ ਜਿਹੜੇ ਆ ਕੇ ਪਹੁੰਚ ਜਾਂਦੇ, ਆ ਕੇ ਬੇਨਤੀ ਕਰਦੇ ਮਹਾਰਾਜ ਸਾਹਿਬ ਜੀਆਂ ਨੂੰ ਉਸ ਵੇਲੇ। ਹੁਣ ਸੋਚ ਨਾਨ ਕਰਤੇ ਬਣਾਏ। ਤੇ ਸਤਿਗੁਰੂ ਪਾਤਸ਼ਾਹ ਫਿਰ ਸੌਚ ਕਿਰਿਆ ਕਰਦੇ, ਦਾਤਨ ਕੁਰਲਾ ਕਰਦੇ, ਫਿਰ ਚੰਗੇ ਤਰੀਕੇ ਦੇ ਨਾਲ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ। ਬਹੁਤ ਦੂਰ ਦੇਸ਼ ਕੇ ਬਸਤਰੇ ਆਏ। ਤੇ ਬੜੀ ਬੜੀ ਦੂਰ ਦੇਸ਼ ਤੋਂ ਮਹਾਰਾਜ ਵਾਸਤੇ ਬੜੇ ਬੜੇ ਸੋਹਣੇ ਬਸਤਰ ਜਿਹੜੇ ਨੇ ਬਣਾ ਕੇ ਭੇਟ ਹੁੰਦੇ ਹਨ। ਸੂਖਮ ਵਿਸਾਲ ਮੁੱਲ ਕੋ ਮੰਗਾਏ। ਤੇ ਸਤਿਗੁਰਾਂ ਵਾਸਤੇ ਬੜੇ ਸੂਖਸ਼ਮ ਬਰੀਕ, ਬੜੇ ਬਰੀਕ ਪਤਲੇ ਕੱਪੜੇ ਬਣ ਕੇ ਆਉਂਦੇ, ਜਿਨ੍ਹਾਂ ਦੇ ਉੱਪਰ ਬਹੁਤ ਜ਼ਿਆਦਾ ਮੁੱਲ ਲੱਗਾ ਹੁੰਦਾ, ਬਹੁਤੀ ਕੀਮਤ ਖਰਚ ਕੇ ਐਸੇ ਸੁੰਦਰ ਬਸਤਰ ਬਣਾਏ ਜਾਂਦੇ ਹਨ। ਕੋਸ਼ਿਸ਼ ਨਵੀਨ ਪਹਿਰੇ ਪ੍ਰਭਾਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ, ਇਸ਼ਨਾਨ ਕਰਨ ਤੋਂ ਉਪਰੰਤ ਸੋਹਣੇ ਨਵੇਂ ਬਸਤਰ ਮਹਾਰਾਜ ਪਹਿਨਦੇ ਹਨ। ਹੁਣ ਅਲੰਕਾਰ ਸ਼ੋਭੰਤ ਗਾਤ। ਤੇ ਮਹਾਰਾਜ ਸਾਹਿਬ ਜੀਆਂ ਦੇ ਫਿਰ ਗਲੇ ਦੇ ਵਿੱਚ ਬੜੇ ਸੋਹਣੇ ਸ਼ਸਤਰ ਸ਼ੋਭਾ ਪਾਉਂਦੇ ਨੇ, ਜਾਂ ਬੜੇ ਸੋਹਣੇ ਗਹਿਣੇ ਸ਼ੋਭਾ ਪਾਉਂਦੇ ਹਨ। ਦਿਨ ਚਰਿਓ ਸਿੰਘਾਸਨ ਪਰ ਤਿਰੰਤ। ਇੰਨੇ ਚਿਰ ਨੂੰ ਦਿਨ ਚੜ ਜਾਂਦਾ, ਦੀਵਾਨ ਸੱਜ ਜਾਂਦਾ, ਮਹਾਰਾਜ ਜੀ ਫਿਰ ਆ ਕੇ ਦੀਵਾਨ ਵਿੱਚ ਸਿੰਘਾਸਨ ਤੇ ਬੈਠਦੇ ਹਨ। ਜੁਤ ਬਸਤਰ ਸ਼ਸਤਰ ਅਤਸੈ ਸੁਬੰਤ। ਤੇ ਸਤਿਗੁਰੂ ਪਾਤਸ਼ਾਹ ਜੀ ਬਸਤਰ ਬੜੇ ਸੋਹਣੇ ਪਾ ਕੇ, ਉਹਨਾਂ ਬਸਤਰਾਂ ਦੇ ਉੱਪਰ ਸ਼ਸਤਰ ਸਜਾ ਕੇ ਬੜੀ ਸੋਹਣੀ ਸ਼ੋਭਾ ਪਾਉਂਦੇ ਮਹਾਰਾਜ ਬੈਠ ਜਾਂਦੇ ਹਨ। ਤਬ ਏਕ ਸਿੱਖ ਗੁਰ ਨਿਕਟ ਆਏ। ਇੰਨੇ ਚਿਰ ਨੂੰ ਇੱਕ ਸਿੱਖ ਆ ਗਿਆ। ਜਦੋਂ ਮਹਾਰਾਜ ਬੈਠੇ ਨਾ ਦੀਵਾਨ ਵਿੱਚ ਆ ਕੇ, ਫਿਰ ਇੱਕ ਸਿੱਖ ਮਹਾਰਾਜ ਦੇ ਕੋਲ ਆਇਆ ਹੈ। ਕਰ ਜ਼ੋਰ ਅਰਜ ਐਸੇ ਸੁਨਾਏ। ਉਸਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ। ਸਤਿਗੁਰੂ ਬੈਠੇ ਨਾ ਦੀਵਾਨ ਵਿੱਚ ਆ ਕੇ, ਦੀਵਾਨ ਸਜਿਆ ਹੋਇਆ, ਉਸ ਵੇਲੇ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਹੈ। ਗੁਰ ਪਾਤਸ਼ਾਹ ਉਦਜ ਜੈ ਸਰਾਹੇ। ਮਹਾਰਾਜ ਜੀ ਜਿਸ ਪੰਡਤ ਦੀ ਸਾਰੇ ਸਿਫਤ ਕਰਦੇ, ਸਾਰੇ ਸਲੌਤਾ ਕਰਦੇ, ਜਿਸ ਪੰਡਤ ਦੀ ਸਾਰੇ ਵਡਿਆਈ ਕਰਦੇ ਹਨ, ਰਾਵਰ ਸਮੀਪ ਕਹਿ ਗਾਥ ਜਾਏ। ਮਹਾਰਾਜ ਤੁਹਾਡੇ ਕੋਲ ਜਿਸ ਪੰਡਤ ਦੀ ਉਪਮਾ ਕੀਤੀ ਜਾਂਦੀ ਹੈ, ਸ਼ੋਭਾ ਕੀਤੀ ਜਾਂਦੀ ਹੈ, ਤੁਹਾਡੇ ਸਾਹਮਣੇ ਜਿਸ ਪੰਡਤ ਦੀ ਵਡਿਆਈ ਕਰਦੇ ਹਨ, ਪੁਰ ਮਹਾਦੇਵ ਕੇ ਮਸਤ ਜੋਏ। ਜਿਸ ਨੂੰ ਕਿਹਾ ਜਾਂਦਾ ਵੀ ਉਹ ਕਾਂਸ਼ੀ ਵਿੱਚ ਰਹਿੰਦਾ। ਪਿੱਛੇ ਦੀਵਾਨ ਦੇ ਵਿੱਚ ਆਪਾਂ ਬਚਨ ਸਰਵਣ ਕੀਤੇ ਸਨ। ਸਤਿਗੁਰਾਂ ਨੇ ਧਾਰਮਿਕ ਲੋਕਾਂ ਦੇ ਪਖੰਡ ਨੂੰ ਪ੍ਰਗਟ ਕਰਕੇ ਵਿਖਾਇਆ। ਸੋਨੇ ਦੀਆਂ ਮੋਹਰਾਂ ਦਾ ਲਾਲਚ ਦੇ ਕੇ ਮਹਾਰਾਜ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਵਿਖਾਇਆ। ਹੁਣ ਧਰਮ ਦੇ ਨਾਂ ਤੇ, ਦੇਵੀ ਦੇਵਤਿਆਂ ਦੇ ਨਾਂ ਤੇ ਜਿਹੜੇ ਜੱਗ ਕੀਤੇ ਜਾਂਦੇ, ਉਹਨਾਂ ਦਾ ਪਖੰਡ ਮਹਾਰਾਜ ਪ੍ਰਗਟ ਕਰਨਾ ਚਾਹੁੰਦੇ, ਵਿਖਾਉਣਾ ਚਾਹੁੰਦੇ। ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ ਹੈ ਕੋਈ ਇਹੋ ਜਿਹੀ ਸ਼ਕਤੀ ਜਾਂ ਕੋਈ ਐਸੀ ਸ਼ਕਤੀ ਪ੍ਰਗਟ ਕਰ ਸਕਦਾ ਹੋਵੇ? ਤੇ ਬਹੁਤੇ ਪੰਡਤਾਂ ਨੇ ਮਿਲ ਕੇ ਸਲਾਹ ਦਿੱਤੀ, ਮਹਾਰਾਜ ਇੱਕ ਕੇਸੋ ਦਾਸ ਨਾਮ ਦਾ ਬੜਾ ਵੱਡਾ ਬ੍ਰਾਹਮਣ ਪੰਡਤ ਹੈ, ਬੜੀ ਵਿਦਿਆ ਪੜ੍ਹੀ ਹੈ, ਬੜੇ ਮੰਤਰ ਉਸਨੇ ਜ਼ੁਬਾਨੀ ਯਾਦ ਕੀਤੇ ਤੇ ਸਿੱਧ ਵੀ ਕੀਤੇ ਹੋਏ। ਜੇ ਮਹਾਰਾਜ ਕਿਤੇ ਉਹ ਆ ਜਾਵੇ ਨਾ ਸਾਡੇ ਕੋਲ, ਤੇ ਮੰਤਰਾਂ ਦੇ ਬਲ ਦੇ ਨਾਲ ਇਹ ਸਭ ਕੁਝ ਹੋ ਸਕਦਾ। ਮੰਤਰਾਂ ਦੇ ਬਲ ਦੇ ਨਾਲ ਕੀ ਹੋਣਾ ਜਾਂ ਕੀ ਕਰਨਾ, ਉਹ ਅੱਗੇ ਜਾ ਕੇ ਆਪਾਂ ਸਰਵਣ ਕਰਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲਿਆਓ, ਫਿਰ ਬੁਲਾਓ ਕੇਸੋ ਦਾਸ ਨੂੰ। ਜਦੋਂ ਬੁਲਾਉਣ ਦੀ ਗੱਲ ਕੀਤੀ ਤੇ ਕਹਿਣ ਲੱਗੇ ਮਹਾਰਾਜ ਉਹ ਆਪਣੀ ਫੀਸ ਬਹੁਤ ਮੋਟੀ ਲੈਂਦਾ, ਮੋਟੀ ਰਕਮ ਲਵੇਗਾ ਤਾਂ ਉਹ ਆਵੇਗਾ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਮੋਟੀ ਰਕਮ ਦੇਣ ਨੂੰ ਤਿਆਰ ਆ, ਕਿਉਂਕਿ ਮਹਾਰਾਜ ਇਹਨਾਂ ਦਾ ਪਾਜ ਉਘੇੜਨਾ ਚਾਹੁੰਦੇ, ਦੁਨੀਆ ਨੂੰ ਦੱਸਣਾ ਚਾਹੁੰਦੇ।
ਮਹਾਰਾਜ ਦਾ ਬਚਨ ਸੁਣ ਕੇ ਉਸ ਵੇਲੇ ਸੁਨੇਹਾ ਭੇਜਿਆ ਗਿਆ ਕੇਸੋ ਦਾਸ ਬ੍ਰਾਹਮਣ ਨੂੰ ਵੀ ਆ ਤੈਨੂੰ ਮਹਾਰਾਜ ਯਾਦ ਕਰਦੇ ਪਏ। ਇਹ ਕਹਿਣ ਲੱਗੇ ਉਹ ਜਿਹੜਾ ਬ੍ਰਾਹਮਣ ਹੈ ਨਾ ਉਸ ਵੇਲੇ ਸੁਨੇਹਾ ਮਿਲਿਆ ਤੇ ਉਹ ਵੀ ਚੱਲ ਪਿਆ। ਉਹਦੇ ਬਾਰੇ ਸਿੱਖ ਦੱਸਦਾ ਪਿਆ ਵੀ ਮਹਾਰਾਜ ਜਿਹਨੂੰ ਆਪਾਂ ਸੁਨੇਹਾ ਭੇਜਿਆ ਸੀ ਨਾ, ਜਿਹਨੇ ਜੱਗ ਕਰਨਾ ਹੈ ਉਹ ਆ ਗਿਆ ਹੈ। ਇਸ ਪੰਡਤ ਦਾ ਸਥਾਨ ਜਿਹੜਾ ਨਾ ਕਾਂਸ਼ੀ ਸ਼ਹਿਰ ਲਿਖਿਆ ਕਿ ਕਾਂਸ਼ੀ ਦੇ ਵਿੱਚ ਉਹ ਰਹਿੰਦਾ ਹੈ। ਚਲ ਏ ਬਾਗ ਮਹਿ ਉਤਰ ਸੋਏ। ਤੇ ਮਹਾਰਾਜ ਉਹ ਚੱਲ ਕੇ ਆ ਗਿਆ ਤੇ ਬਾਗ ਦੇ ਵਿੱਚ ਉਤਰਿਆ ਹੋਇਆ, ਬਾਗ ਦੇ ਵਿੱਚ ਬੈਠਾ ਹੋਇਆ ਹੈ। ਕਹਿ ਜਾਹੇ ਸੋ ਕੇਸ਼ਵ ਦਾਸ ਨਾਮ। ਜਿਸ ਦਾ ਨਾਮ ਕੇਸ਼ਵ ਦਾਸ ਲਿਖਿਆ ਹੈ, ਇਸ ਦਾ ਨਾਮ ਗ੍ਰੰਥਾਂ ਨੇ ਕੇਸ਼ਵ ਦਾਸ ਲਿਖਿਆ, ਕਿਸੇ ਨੇ ਕਾਲੀ ਦਾਸ ਵੀ ਲਿਖਿਆ। ਵੱਖ-ਵੱਖ ਗ੍ਰੰਥਾਂ ਦੀ ਰਾਏ ਹੈ, ਨਾਂ ਦੇ ਵਿੱਚ ਥੋੜਾ ਜਿਹਾ ਫਰਕ ਹੈ, ਕੇਸ਼ਵ ਦਾਸ ਜਾਂ ਕਾਲੀ ਦਾਸ, ਪਰ ਜ਼ਿਕਰ ਦੋਨਾਂ ਤਿੰਨਾਂ ਗ੍ਰੰਥਾਂ ਵਿੱਚ ਹੈ, ਇੱਕ ਗ੍ਰੰਥ ਵਿੱਚ ਨਹੀਂ ਹੈ। ਗੁਰਬਿਲਾਸ ਦੇ ਵਿੱਚ ਵੀ ਇਹਦਾ ਨਾਮ ਲਿਖਿਆ ਹੈ। ਉਹਨਾਂ ਨਾਵਾਂ ਵਿੱਚ ਥੋੜਾ ਥੋੜਾ ਫਰਕ ਹੈ। ਚਲੋ ਮੰਨ ਲਈਓ ਕੇਸ਼ਵ ਦਾਸ ਹੈ ਕਿ ਕਾਲੀ ਦਾਸ ਹੈ, ਪਰ ਆਇਆ ਜ਼ਰੂਰ ਹੈ। ਸਿੱਖ ਨੇ ਆ ਕੇ ਦੱਸਿਆ ਮਹਾਰਾਜ ਜਿਹਨੂੰ ਆਪਾਂ ਬੁਲਾਇਆ ਉਹ ਵਿਅਕਤੀ ਆ ਗਿਆ ਹੈ। ਵਿਦ ਚੰਡ ਪੂਜਵੇ ਗੁਣਨ ਧਾਮ। ਤੇ ਉਹ ਇਸ ਵੇਲੇ ਬਾਗ ਦੇ ਵਿੱਚ ਬੈਠਾ ਹੈ। ਬਾਹਰ ਕੋਈ ਬਾਗ ਹੋਵੇਗਾ, ਮਹਾਰਾਜ ਬਾਗ ਦੇ ਵਿੱਚ ਉਹਨੇ ਡੇਰਾ ਕੀਤਾ ਹੈ। ਇਹ ਚੰਡੀ ਦੀ ਪੂਜਾ ਕਰੇਗਾ, ਉਹਦੇ ਗੁਣਾਂ ਨੂੰ ਵਰਣਨ ਕਰਕੇ ਦੱਸੇਗਾ। ਜੈ ਸੰਗ ਬ੍ਰਿੰਦ ਨਰ ਜੁਤ ਪ੍ਰਤਾਪ। ਇਹ ਕੱਲਾ ਨਹੀਂ ਆਇਆ, ਵੱਡਾ ਪੰਡਤ ਹੈ ਨਾ, ਬੜਾ ਮਸ਼ਹੂਰ ਹੈ, ਕਈ ਪੰਡਤ ਨਾਲ ਨੇ ਇਹਦੇ। ਇਹਨੂੰ ਰੋਟੀ ਪ੍ਰਸ਼ਾਦਾ ਬਣਾ ਕੇ ਛਕਾਉਣ ਵਾਲੇ, ਇਹਦਾ ਇਸ਼ਨਾਨ ਕਰਾਉਣ ਵਾਲੇ, ਇਹਦੇ ਕੱਪੜੇ ਬਸਤਰ ਧੋਣ ਵਾਲੇ। ਤੇ ਜਦੋਂ ਇਹ ਜੱਗ ਕਰੇਗਾ ਇਹਦੇ ਨਾਲ ਕਈਆਂ ਨੇ ਮੰਤਰ ਵੀ ਪੜ੍ਹਨੇ ਨੇ, ਕਈਆਂ ਨੇ ਫਿਰ ਨਾਲ ਆਹੂਤੀਆਂ ਵੀ ਦੇਣੀਆਂ। ਉਹ ਪੂਰਾ ਆਪਣੀ ਮੰਡਲੀ ਲੈ ਕੇ ਆਇਆ, ਪੂਰਾ ਗਰੁੱਪ ਹੀ ਲੈ ਕੇ ਆਇਆ, ਕੱਲਾ ਨਹੀਂ ਆਇਆ, ਕਿਉਂਕਿ ਮੋਟੀ ਫੀਸ ਲੈਣੀ ਹੈ ਨਾ, ਵੱਡੀ ਰਕਮ ਲੈਣੀ ਮਹਾਰਾਜ ਤੋਂ ਜੱਗ ਵਾਸਤੇ। ਬੰਦੇ ਵੀ ਇਹਦੇ ਨਾਲ ਬਹੁਤੇ ਨੇ, ਇੱਕ ਬੰਦੇ ਦਾ ਕੰਮ ਨਹੀਂ ਹੈ ਜੱਗ ਕਰਨਾ, ਕਈ ਵਿਅਕਤੀ ਇਹਦੇ ਨਾਲ ਹਨ। ਜਗ ਮਾਤ ਸੋ ਯਾਤਰਾ ਜਾਤ ਆਪ। ਕਹਿਣ ਲੱਗੇ ਇਹ ਜਵਾਲਾ ਜੀ ਦੀ ਯਾਤਰਾ ਕਿਤੇ ਜਾਂਦਾ ਪਿਆ ਸੀ, ਆਪ ਵੀ ਯਾਤਰਾ ਵਾਸਤੇ ਕਿਤੇ ਨਿਕਲਿਆ ਹੋਇਆ ਹੈ। ਮੁਝ ਕੋ ਬੁਲਾਏ ਬੁਝਿਓ ਬਿਰਤੰਤ। ਉਸਨੇ ਮੈਨੂੰ ਬੁਲਾ ਕੇ ਪੁੱਛਿਆ ਹੈ, ਮੈਂ ਕਹਿਓ ਆਪ ਕੋ ਸਭ ਮਤਨ। ਮਹਾਰਾਜ ਮੈਂ ਤੁਹਾਡਾ ਸਾਰਾ ਪ੍ਰਸੰਗ ਸੁਣਾ ਦਿੱਤਾ। ਪੰਡਤ ਆ ਗਿਆ ਕੇਸ਼ਵ ਦਾਸ ਨਾਲ ਕਈ ਬ੍ਰਾਹਮਣ ਪੰਡਤਾਂ ਨੂੰ ਲੈ ਕੇ। ਇਹਨੂੰ ਸੁਨੇਹਾ ਮਿਲਿਆ ਵੀ ਮਹਾਰਾਜ ਨੇ ਬੁਲਾਇਆ ਤੇ ਆ ਕੇ ਬੈਠਾ ਹੈ। ਸੁਨ ਆਨੰਦ ਧਾਰ ਪੁਨ ਪੁਨ 부ਝੇ। ਤੇ ਮਹਾਰਾਜ ਸਾਹਿਬ ਜੀਓ ਮੈਂ ਦੱਸਿਆ ਵੀ ਸਾਡੇ ਸਤਿਗੁਰੂ ਵੀ ਚਾਹੁੰਦੇ ਨੇ ਕੋਈ ਇਹੋ ਜਿਹਾ ਮੰਤਰ ਸਿੱਧ ਕਰਨਾ, ਕੋਈ ਇਹੋ ਜਿਹੀ ਸ਼ਕਤੀ ਪ੍ਰਗਟ ਕਰਨਾ। ਜਦੋਂ ਸਿੱਖ ਨੇ ਗੱਲ ਦੱਸੀ ਹੈ ਤੇ ਉਹਦਾ ਉਤਸ਼ਾਹ ਵੱਧ ਗਿਆ, ਉਹਦੀ ਰੁਚੀ ਵੱਧ ਗਈ। ਉਹਨੇ ਵਾਰ-ਵਾਰ ਪੁੱਛਿਆ ਮਹਾਰਾਜ ਕੀ ਚਾਹੁੰਦੇ ਨੇ, ਕਿਹੜਾ ਮੰਤਰ ਸਿੱਧ ਕਰਨਾ ਚਾਹੁੰਦੇ ਨੇ, ਕਿਹੜੀ ਸ਼ਕਤੀ ਪ੍ਰਗਟ ਕਰਨਾ ਚਾਹੁੰਦੇ। ਸਿੱਖ ਦੱਸਦਾ ਪਿਆ ਵੀ ਮਹਾਰਾਜ ਮੈਨੂੰ ਵਾਰ-ਵਾਰ ਉਸਨੇ ਪੁੱਛਿਆ ਹੈ। ਚਿਤ ਚਹਿਤ ਕੇ ਗੁਰੂ ਬੁਲਾਏ ਲੈ। ਤੇ ਮਹਾਰਾਜ ਉਹ ਚਿੱਤੋਂ ਚਾਹੁੰਦਾ, ਉਹਦਾ ਮਨ ਇਹ ਚਾਹੁੰਦਾ ਵੀ ਤੁਸੀਂ ਉਹਨੂੰ ਬੁਲਾਓ। ਉਹਨੂੰ ਆਪੇ ਹੀ ਤਿਆਰ ਹੈ ਵੀ ਮੈਨੂੰ ਮਹਾਰਾਜ ਬੁਲਾਉਣ, ਮੈਂ ਜੱਗ ਕਰਾਂ, ਪਰ ਆਪ ਆ ਕੇ ਨਹੀਂ ਉਹ ਕਹਿਣਾ ਚਾਹੁੰਦਾ। ਪਰ ਉਹਦੀਆਂ ਗੱਲਾਂ ਬਾਤਾਂ ਤੋਂ ਲੱਗਦਾ ਵੀ ਉਹ ਇੰਨਾ ਹੀ ਉਡੀਕਦਾ ਪਿਆ ਵੀ ਤੁਸੀਂ ਆਵਾਜ਼ ਮਾਰੋ ਤੇ ਉਸਨੇ ਉਸੇ ਵੇਲੇ ਆ ਜਾਣਾ ਹੈ। ਕਰ ਦਸ ਪ੍ਰਭੂ ਕੋ ਜਾਉ ਫੇਰ। ਉਹ ਕਹਿੰਦਾ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਕੇ ਫਿਰ ਜਾਣਾ ਹੈ, ਮੈਨੂੰ ਗੁਰੂ ਦੇ ਦਰਸ਼ਨ ਕਰਵਾਉਣੇ ਕਰੋ। ਇਹੋ ਆਸ਼ਾ ਪਰਖਿਓ ਤਾਹੇ ਹੇਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੈਂ ਉਹਨੂੰ ਵੇਖ ਕੇ ਤੇ ਇਹ ਗੱਲ ਜਾਣੀ ਹੈ ਵੀ ਤੁਹਾਡੇ ਕੋਲ ਆਉਣਾ ਚਾਹੁੰਦਾ। ਸਿੱਖ ਦੱਸਦਾ ਪਿਆ ਮਹਾਰਾਜ ਨੂੰ ਦੀਵਾਨ ਦੇ ਵਿੱਚ ਵੀ ਉਹ ਤੁਹਾਨੂੰ ਕੇਸ਼ਵ ਦਾਸ ਮਿਲਣਾ ਚਾਹੁੰਦਾ ਹੈ। ਚਲ ਆਏ ਆਪ ਤੇ ਲਖੈ ਨਾਹੀਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਆਪ ਚੱਲ ਕੇ ਆ ਗਿਆ, ਪਰ ਪਾਤਸ਼ਾਹ ਜੀ ਤੁਹਾਡੇ ਭੇਦ ਨੂੰ ਉਹ ਜਾਣਦਾ ਨਹੀਂ, ਲੱਗਦਾ ਹੈ ਵੀ ਆਪ ਜੀ ਦੀ ਮਹਿਮਾ ਤੋਂ ਅਣਜਾਣ ਹੈ। ਚਿਤ ਚਹਿਤ ਅਦਕ ਹੋਏ ਮੇਲ ਪਾਹੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਚਾਹੁੰਦਾ ਮਨ ਦੇ ਵਿੱਚ ਵੀ ਤੁਹਾਡੇ ਨਾਲ ਵੱਡਾ ਮੇਲਾ ਹੋਵੇ, ਬਹੁਤਾ ਮਿਲਾਪ ਹੋਵੇ, ਬਹੁਤੀ ਜਾਣ ਪਛਾਣ ਬਣੇ, ਬਹੁਤੀ ਸੰਗਤ ਮਿਲੇ, ਸਮਾਂ ਮਿਲੇ ਤੁਹਾਡੇ ਕੋਲ ਰਹਿਣ ਬਹਿਣ ਦਾ। ਮਹਾਰਾਜ ਇਹ ਗੱਲ ਉਹ ਚਾਹੁੰਦਾ ਹੈ। ਪ੍ਰਭ ਤੁਮ ਸਮਰੱਥ ਮਨ ਫੇਰ ਲੀਨ। ਤੇ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਸਮਰੱਥ ਹੋ ਤੇ ਆਪਣੇ ਮਨ ਦੀ ਕਰਨ ਵਾਲੇ ਹੋ। ਵੰਸ਼ਤ
ਜੋ ਹਿਰਦੈ ਆਗਵਨ ਕੀਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਤੁਸੀਂ ਕਹਿੰਦੇ ਹੋ ਨਾ ਉਹ ਆਪਣੇ ਆਪ ਹੋ ਜਾਂਦਾ। ਸਿੱਖ ਕਹਿ ਰਿਹਾ ਹੈ ਤੇ ਪਰ ਉਹ ਬ੍ਰਾਹਮਣ ਆਪ ਜੀ ਦੇ ਦਰ ਤੇ ਪਹੁੰਚਣ ਵਾਲਾ ਹੈ। ਸੁਨ ਸ਼੍ਰਵਣ ਬੈਨ ਗੁਰ ਹਰਖ ਧਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਸੁਣੇ ਨਾ ਬਚਨ ਵੀ ਜਿਸ ਪੰਡਤ ਦਾ ਨਾਮ ਲੈਂਦੇ ਸਨ ਵੀ ਉਹ ਬਹੁਤ ਵੱਡਾ ਹੈ, ਉਹਦੇ ਕੋਲ ਬੜੇ ਮੰਤਰ ਸਿੱਧ ਕੀਤੇ, ਬੜੀਆਂ ਤਾਕਤਾਂ ਨੇ, ਉਹ ਆ ਗਿਆ ਹੈ, ਤੇ ਇਹ ਬਚਨ ਸੁਣ ਕੇ ਮਹਾਰਾਜ ਬੜੇ ਖੁਸ਼ ਹੋਏ। ਸਤਿਗੁਰੂ ਜਾਣਦੇ ਨੇ ਵੀ ਹੁਣ ਸਮਾਂ ਆ ਗਿਆ ਇਹਦੇ ਪਾਜ ਨੂੰ ਉਘੇੜਨ ਦਾ, ਇਹਦੇ ਪਖੰਡ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦਾ ਸਮਾਂ ਜਾਣ ਕੇ ਮਹਾਰਾਜ ਖੁਸ਼ ਹੋਏ ਹਨ। ਧਨ ਧਨ ਖੜਗ ਕੇ ਤੈ ਉਚਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਧਨ ਹੈ ਪਰਮੇਸ਼ਰ, ਧਨ ਹੈ ਪਰਮੇਸ਼ਰ ਜਿਹਨੇ ਵਿਧੀ ਆਪੇ ਬਣਾ ਦਿੱਤੀ ਹੈ। ਜਿਸ ਪ੍ਰਮਾਤਮਾ ਨੇ ਸ਼ਸਤਰ ਧਾਰਨ ਕੀਤੇ ਨੇ, ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ। ਉੱਥੇ ਮਹਾਰਾਜ ਨੇ ਇਹ ਬਚਨ ਵਰਤਿਆ। ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਖੜਗ ਕੇਤ ਜੋ ਪ੍ਰਮਾਤਮਾ ਹੈ ਉਹ ਧਨ ਹੈ, ਧਨ ਹੈ ਜਿਸ ਨੇ ਐਸਾ ਇਹ ਸਬੱਬ ਬਣਾ ਦਿੱਤਾ ਹੈ। ਨਿਜ ਸੇਵਕਾਨ ਕੇ ਕਰਤ ਕਾਜ। ਕਿਉਂਕਿ ਉਹ ਪ੍ਰਮਾਤਮਾ ਆਪਣੇ ਸੇਵਕਾਂ ਦੇ ਕੰਮ ਆਪੇ ਹੀ ਕਰਦਾ, ਕੋਈ ਵਿਧੀ ਬਣਾ ਦਿੰਦਾ, ਬਹਾਨਾ ਬਣਾ ਦਿੰਦਾ ਵੀ ਆਪਣੇ ਆਪ ਹੀ ਉਹ ਕੰਮ ਬਣ ਜਾਂਦਾ ਹੈ। ਘਟ ਘਟ ਵਿਆਪ ਰਾਜਾ ਨਿਰਾਜ। ਕਿਉਂਕਿ ਉਹ ਜਿਹੜਾ ਪ੍ਰਮਾਤਮਾ ਹੈ ਨਾ ਰਾਜਨ ਰਾਜ, ਰਾਜਿਆਂ ਦਾ ਵੀ ਰਾਜਾ ਹੈ, ਉਹ ਸਾਰਿਆਂ ਵਿੱਚ ਵਿਆਪਿਆ ਹੋਇਆ, ਘਟ ਘਟ ਦੇ ਵਿੱਚ, ਕਣ ਕਣ ਦੇ ਵਿੱਚ, ਜਰੇ ਜਰੇ ਵਿੱਚ, ਹਰੇਕ ਹਵਾ ਦੇ ਕਣ ਵਿੱਚ, ਹਰੇਕ ਧੂੜ ਦੇ ਕਣ ਵਿੱਚ, ਹਰੇਕ ਲਹੂ ਦੇ ਇੱਕ ਇੱਕ ਬੂੰਦ ਵਿੱਚ ਉਹ ਵਿਆਪਿਆ ਹੋਇਆ, ਜਿਹੜਾ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਹੈ। ਤਬ ਦਇਆ ਰਾਮ ਅਰਨੰਦ ਚੰਦ। ਸਤਿਗੁਰੂ ਪਾਤਸ਼ਾਹ ਖੁਸ਼ ਤਾਂ ਨੇ ਵੀ ਜਿਹੜਾ ਅਸੀਂ ਕੰਮ ਕਰਨਾ ਚਾਹੁੰਦੇ ਆ ਉਹਦਾ ਬਹਾਨਾ ਆਪਣੇ ਆਪ ਬਣਦਾ ਪਿਆ। ਇਹਨੇ ਚਿਰ ਨੂੰ ਮਹਾਰਾਜ ਦੇ ਦੋ ਸਿੱਖ ਆ ਗਏ ਨੇ, ਇੱਕ ਦਾ ਨਾਮ ਦਇਆ ਰਾਮ ਤੇ ਇੱਕ ਦਾ ਨਾਮ ਨੰਦ ਚੰਦ ਹੈ। ਦਇਆ ਰਾਮ ਪ੍ਰੋਹਤ ਹੈ, ਜਾਤੀ ਦਾ ਬ੍ਰਾਹਮਣ ਹੈ, ਤੇ ਨੰਦ ਚੰਦ ਮਹਾਰਾਜ ਜੀਆਂ ਦਾ ਦੀਵਾਨ ਹੈ। ਇਹ ਦੋ ਸਿੱਖ ਮਹਾਰਾਜ ਦੇ ਕੋਲ ਆ ਗਏ ਹਨ। ਨਿਜ ਢਿਗ ਹਕਾਰ ਕਰ ਕਹਿ ਮੁਕੰਦ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਕੋਲ ਬੁਲਾਇਆ ਇਹਨਾਂ ਦੋ ਸਿੱਖਾਂ ਨੂੰ। ਉਸ ਵੇਲੇ ਉਪ ਬਨੈ ਵਿਖੈ ਬਰ ਵਿਪਰ ਆਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣੇ ਖਾਸ ਸਿੱਖਾਂ ਨੂੰ, ਮੋਹਰੀ ਸਿੱਖਾਂ ਨੂੰ ਕਹਿਣ ਲੱਗੇ ਵੀ ਸਿੱਖੋ, ਸਾਨੂੰ ਪਤਾ ਲੱਗਾ ਵੀ ਬਾਹਰ ਬਾਗ ਦੇ ਵਿੱਚ ਇੱਕ ਬਹੁਤ ਉੱਚ ਕੋਟੀ ਦਾ ਬ੍ਰਾਹਮਣ ਆਇਆ, ਪੰਡਤ ਆਇਆ ਹੋਇਆ, ਸਾਨੂੰ ਇਹ ਖਬਰ ਮਿਲੀ ਹੈ। ਸਨਮਾਨ ਕਰੋ ਤਿਸ ਨਿਕਟ ਜਾਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਉਹਦਾ ਸਨਮਾਨ ਕਰੋ, ਸਤਿਕਾਰ ਕਰੋ, ਵਿਦਵਾਨ ਪੁਰਸ਼ ਹੈ, ਉਹਦੇ ਕੋਲ ਵਿਦਵਤਾ ਹੈ, ਉਹਨੇ ਗ੍ਰੰਥ ਪੜ੍ਹੇ ਹੋਏ ਨੇ, ਉਹਨੇ ਕਈ ਜੱਗ ਕੀਤੇ ਹੋਏ, ਕਈ ਜੱਗ ਕਰਵਾਏ ਹੋਏ, ਐਸਾ ਉਹ ਗੁਣੀ ਵਿਅਕਤੀ ਹੈ। ਉਸ ਵਿਦਵਾਨ ਦਾ ਸਨਮਾਨ ਕਰਨਾ ਕਰੋ ਤੇ ਸਨਮਾਨ ਦੇ ਨਾਲ ਉਹਨੂੰ ਇੱਥੇ ਲੈ ਕੇ ਆਓ, ਬਾਗ ਦੇ ਵਿੱਚੋਂ ਲਿਆਉਣਾ ਕਰੋ। ਸਭ ਖਾਨ ਪਾਨ ਤ੍ਰਿਣ ਲਗ ਜਿਤੇ। ਤੇ ਸਤਿਗੁਰੂ ਪਾਤਸ਼ਾਹ ਨੇ ਨਾਲ ਇਹ ਬਚਨ ਕੀਤਾ ਵੀ ਜੋ ਵੀ ਉਹਨੇ ਖਾਣਾ ਪੀਣਾ ਹੈ ਉਹ ਰਸਤ ਜਿਹੜੀ ਆ ਉਹ ਗੁਰੂ ਘਰੋਂ ਦਿੱਤੀ ਜਾਵੇ। ਉਸ ਬ੍ਰਾਹਮਣ ਦੇ ਨਾਲ ਜਿੰਨੇ ਬ੍ਰਾਹਮਣ ਆਏ ਨੇ, ਜੇ ਉਹਨਾਂ ਨੇ ਪ੍ਰਸ਼ਾਦਾ ਭੋਜਨ ਆਪਣਾ ਬਣਾਉਣਾ ਤੇ ਸੁੱਕੀਆਂ ਰਸਤਾਂ ਦੇ ਦਿਓ, ਜਿਵੇਂ ਆਟਾ ਹੈ, ਚੌਲ ਹੈ, ਹੋਰ ਸਬਜ਼ੀਆਂ ਭਾਜੀਆਂ, ਘਿਓ ਵਗੈਰਾ ਸਭ ਕੁਝ ਲੰਗਰ ਦੇ ਵਿੱਚੋਂ ਦੇ ਦਿਓ। ਉਹ ਆਪੇ ਹੀ ਆਪਣਾ ਬਣਾ ਲਵੇ ਤੇ ਬਣਾ ਕੇ ਛਕ ਲਵੇ। ਤੇ ਜਿਹੜੇ ਨਾਲ ਉਹਨਾਂ ਦੇ ਘੋੜੇ ਨੇ, ਉਹਨਾਂ ਘੋੜਿਆਂ ਵਾਸਤੇ ਘਾਹ ਦਾ, ਦਾਣੇ ਦਾ ਪ੍ਰਬੰਧ ਕਰੋ। ਜਿਹੜੇ ਨਾਲ ਉਹਨਾਂ ਦੇ ਬਲਦ ਵਗੈਰਾ, ਬੈਲ ਗੱਡਾ ਚਲੋ ਖਿੱਚਣ ਵਾਲੇ, ਉਹਨਾਂ ਵਾਸਤੇ ਵੀ ਘਾਹ ਇਤਿਆਦਿਕ ਦੇਣਾ ਕਰੋ। ਇਹ ਸਾਰੀਆਂ ਰਸਤਾਂ ਜਿਹੜੀਆਂ ਨੇ ਸਾਡੇ ਲੰਗਰ ਵਿੱਚ ਉੱਥੇ ਪਹੁੰਚਾਉਣਾ ਕਰੋ। ਗੁਰਦੇਖ ਭਾਖ ਦੀਜੈ ਦਿੱਤੇ। ਤੇ ਇਸੇ ਤਰ੍ਹਾਂ ਗੁਰਦੇਗ ਭਾਖ ਦੀਜੇ ਤੇਗ, ਜਿੰਨੀ ਕੁ ਉਹਨੂੰ ਗੁਰੂ ਘਰੋਂ ਦੇਗ ਚਾਹੀਦੀ ਹੈ। ਦੇਗ ਤੋਂ ਭਾਵ ਸੁੱਖਾ ਨਹੀਂ ਹੈ, ਦੇਗ ਤੋਂ ਭਾਵ ਲੰਗਰ ਹੈ। ਜਿੰਨਾ ਆਟਾ ਚਾਹੀਦਾ, ਜਿੰਨੇ ਚੌਲ ਚਾਹੀਦੇ, ਜਿੰਨੀਆਂ ਸਬਜ਼ੀਆਂ ਭਾਜੀਆਂ ਚਾਹੀਦੀਆਂ, ਜੋ ਵੀ ਉਹਨੂੰ ਚਾਹੀਦਾ ਨਾ, ਘਿਓ ਵਗੈਰਾ ਜਿੰਨਾ ਵੀ ਉਹ ਮੰਗਦਾ ਵੀ ਇੰਨਾ ਚਾਹੀਦਾ ਮੇਰੇ ਰਹਿਣ ਸਹਿਣ ਵਾਸਤੇ, ਓਨਾ ਹੀ ਇੱਥੋਂ ਸਾਡੇ ਲੰਗਰ ਦੇ ਵਿੱਚੋਂ ਉੱਥੇ ਭੇਜ ਦੇਣਾ ਕਰੋ। ਬਿਨ ਮਿਲੇ ਅਗਰ ਨਹਿ ਉਚਿਤ ਜਾਨ। ਅਤੇ ਸਾਨੂੰ ਮਿਲੇ ਤੋਂ ਬਿਨਾਂ ਅੱਗੇ ਨਾ ਜਾਵੇ, ਸਾਨੂੰ ਇੱਕ ਵਾਰੀ ਮਿਲ ਕੇ ਤੇ ਫਿਰ ਅੱਗੇ ਜਾਣਾ ਕਰੇ। ਕਿਤ ਕੋ ਪਿਆਨ ਸਭ ਲਿਹੋ ਜਾਨ। ਅਤੇ ਉਹਨੇ ਜਾਣਾ ਕਿੱਥੇ ਹੈ ਇਹ ਵੀ ਉਹਦੇ ਕੋਲੋਂ ਪੁੱਛ ਲਿਓ। ਵੈਸੇ ਤੇ ਖਬਰ ਮਿਲੀ ਆ ਵੀ ਉਹ ਜਵਾਲਾ ਦੇ ਦਰਸ਼ਨ ਕਰਨ ਚੱਲਿਆ। ਜਵਾਲਾ ਇੱਕ ਦੇਵੀ ਹੈ ਪਹਾੜਾਂ ਦੇ ਵਿੱਚ, ਜਵਾਲਾ ਦੇਵੀ ਦਾ ਮੰਦਿਰ ਬਹੁਤ ਵੱਡਾ ਹਿਮਾਚਲ ਦੇ ਵਿੱਚ, ਉਧਰ ਨੂੰ ਚੱਲਿਆ।
ਪਰ ਮਹਾਰਾਜ ਕਹਿਣ ਲੱਗੇ ਫਿਰ ਵੀ ਇੱਕ ਵਾਰੀ ਚੰਗੀ ਤਰ੍ਹਾਂ ਪਰਖ ਕਰ ਲਓ, ਪੁੱਛ ਲਓ ਵੀ ਉਹ ਕਿੱਧਰ ਨੂੰ ਚੱਲਿਆ ਹੈ। ਸੁਣ ਦਉ ਸੁਮਤ ਗਮ ਨੇ ਸ਼ਿਤਾਬ। ਮਹਾਰਾਜ ਦੇ ਦੋਨੇ ਸਿੱਖ ਨਾ, ਭਾਈ ਨੰਦ ਚੰਦ ਤੇ ਦਇਆ ਰਾਮ, ਸੁਣ ਕੇ ਮਹਾਰਾਜ ਦਾ ਬਚਨ ਤੇ ਫਿਰ ਛੇਤੀ ਨਾਲ ਦੌੜ ਕੇ ਗਏ ਜਿੱਥੇ ਕੇਸ਼ਵ ਦਾਸ ਬ੍ਰਾਹਮਣ ਬੈਠਾ ਹੋਇਆ ਹੈ। ਜਹ ਆਵ ਸਹਿਤ ਉਪਬਨ ਅਜ਼ਾਬ। ਤੇ ਜਿੱਥੇ ਉਹ ਬੈਠਾ ਹੋਇਆ ਨਾ, ਉੱਥੇ ਬੜਾ ਸੋਹਣਾ ਬਾਗ ਹੈ ਤੇ ਬਾਗ ਦੇ ਵਿੱਚੋਂ ਦੀ ਬੜਾ ਸੋਹਣਾ ਪਾਣੀ ਲੰਘਦਾ ਪਿਆ। ਪਾਣੀ ਦਾ ਵੱਡਾ ਸਾਰਾ ਟੋਭਾ ਦੇਖ ਕੇ, ਸੋਹਣਾ ਬਾਗ ਦੇਖ ਕੇ ਇਹ ਬ੍ਰਾਹਮਣ ਨੇ ਇੱਥੇ ਆਪਣਾ ਨਿਵਾਸ ਕੀਤਾ ਹੈ। ਤੈ ਪਿਖਿਓ ਬਿਪਰ ਬੈਠਿਓ ਸਮਾਨ। ਕਹਿਣ ਲੱਗੇ ਉਹ ਬ੍ਰਾਹਮਣ ਜਿਹੜਾ ਬੜੇ ਸਨਮਾਨ ਦੇ ਨਾਲ ਬੈਠਾ ਹੋਇਆ, ਬੜੇ ਸਤਿਕਾਰ ਦੇ ਨਾਲ ਬੈਠਾ ਹੋਇਆ, ਉਸ ਨੂੰ ਬੈਠੇ ਹੋਏ ਨੂੰ ਵੇਖਿਆ। ਮਹਾਰਾਜ ਦੇ ਦੋਨੇ ਸਿੱਖ ਉਸ ਵੇਲੇ ਚਲੇ ਗਏ ਜਿੱਥੇ ਬਾਗ ਦੇ ਵਿੱਚ ਇਹ ਬੈਠਾ ਹੋਇਆ ਕੇਸ਼ਵ ਦਾਸ ਇਸ ਦਾ ਨਾਮ ਹੈ, ਇਸ ਬੈਠੇ ਹੋਏ ਬ੍ਰਾਹਮਣ ਦੇ ਕੋਲ ਗਏ ਹਨ। ਤਰ ਤਰੇ ਸੁਥੰਡਲ ਸ਼ੁਭ ਮਹਾਨ। ਤੇ ਕਹਿਣ ਲੱਗੇ ਵੀ ਇਸ ਨੇ ਬੜਾ ਸੋਹਣਾ ਗੁਰਮੁਖੋ ਥੜਾ ਬਣਾਇਆ ਹੋਇਆ ਤੇ ਥੜੇ ਦੇ ਉੱਪਰ ਬੈਠਾ। ਇੱਕ ਵੱਡਾ ਸਾਰਾ ਰੁੱਖ ਹੈ, ਉਹਦੀ ਬੜੀ ਸੋਹਣੀ ਛਾਂ ਹੈ। ਰੁੱਖ ਦੀ ਛਾਂ ਦੇ ਥੱਲੇ ਥੜਾ ਬਣਿਆ ਤੇ ਥੜੇ ਉੱਪਰ ਇਹ ਕੇਸ਼ਵ ਦਾਸ ਬੈਠਾ, ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਬ੍ਰਾਹਮਣ ਕਹਿੰਦਾ, ਜਿਹਨੇ ਬੜੇ ਮੰਤਰ ਸਿੱਧ ਕੀਤੇ ਹੋਏ। ਕਹਿਣ ਲੱਗੇ ਸਿੱਖ ਮਹਾਰਾਜ ਦੇ ਉੱਥੇ ਪਹੁੰਚ ਗਏ ਹਨ। ਮਨ ਪੰਚ ਮੋਦਕ ਧਰ ਅਗਰ ਤਾਹੇ। ਇਹਦੇ ਅੱਗੇ 5 ਮਣ ਜਿਹੜੇ ਨੇ ਲੱਡੂ ਲਿਜਾ ਕੇ ਰੱਖੇ, ਦਰਸ਼ਨ ਕਰਨ ਵਾਸਤੇ ਗਏ ਨਾ। ਕਹਿਣ ਲੱਗੇ 5 ਮਣ ਲੱਡੂ ਬਣਾ ਕੇ ਦੇਸੀ ਘਿਓ ਦੇ, ਮੋਤੀ ਚੂਰ ਦੇ, ਮੋਟੀ ਮੋਟੀ ਬੂੰਦੀ ਦੇ, ਐਸੇ ਸੋਹਣੇ ਮਿੱਠੇ ਲੱਡੂ ਇਹਦੇ ਅੱਗੇ ਜਾ ਕੇ ਰੱਖੇ ਹਨ। ਕਰ ਬੰਦ ਬੰਦ ਨਾ ਬੈਠ ਪਾਹੇ। ਅਤੇ ਫਿਰ ਇਸ ਨੂੰ ਜਾ ਕੇ ਨਮਸਕਾਰ ਕੀਤੀ ਹੈ। ਉੱਚ ਕੋਟੀ ਦਾ ਬ੍ਰਾਹਮਣ ਜਾਤ ਹੈ, ਵਿਦਿਆ ਪੜ੍ਹਿਆ ਹੋਇਆ ਪੰਡਤ ਵਿਦਵਾਨ ਹੈ, ਕਈ ਜਾਗੇ ਨੇ ਕੀਤੇ ਹੋਏ। ਤੇ ਸਿੱਖਾਂ ਨੇ ਜਾ ਕੇ ਜੋ ਵੀ ਦੁਆ ਸਲਾਮ ਹੁੰਦੀ ਹੈ, ਫਤਿਹ ਹੁੰਦੀ ਹੈ, ਜਾ ਕੇ ਇਹਦੇ ਨਾਲ ਸਾਂਝੀ ਕੀਤੀ ਹੈ। ਦਿਜ ਜੂ ਗੁਰੂ ਕੀ ਦੇਗ ਲਿਓ। ਜਾ ਕੇ ਆਖਿਆ, ਕਹਿਣ ਲੱਗੇ ਬ੍ਰਾਹਮਣ ਜੀ ਅੱਜ ਦੇ ਲੱਡੂ ਆਏ ਨੇ 5 ਮਾਣੇ ਗੁਰੂ ਘਰ ਵਿੱਚੋਂ ਆਏ, ਨੂੰ ਸਵੀਕਾਰ ਕਰੋ, ਆਪ ਵੀ ਛਕੋ ਤੇ ਆ ਜਿਹੜੇ ਨਾਲ ਤੁਹਾਡੇ ਆਏ ਨੇ ਪੂਰੀ ਮੰਡਲੀ ਆਈ ਹੈ ਬ੍ਰਾਹਮਣਾਂ ਦੀ, ਸਾਰਿਆਂ ਨੂੰ ਛਕਾਓ। ਇਹ ਲੱਡੂ ਜਿਹੜੇ ਨੇ ਬੜੇ ਸੁੰਦਰ ਗੁਰੂ ਘਰ ਵੱਲੋਂ ਆਏ ਹਨ। ਸਭ ਰੰਗ ਰਾਵਲੇ ਖਾਤ ਇਹੋ। ਇਹ ਜਿਹੜਾ ਗੁਰੂ ਘਰ ਦਾ ਲੰਗਰ ਹੈ ਨਾ, ਇਹਨੂੰ ਅਮੀਰ ਵੀ ਖਾਂਦਾ ਤੇ ਗਰੀਬ ਵੀ ਖਾਂਦਾ, ਰਾਜਾ ਵੀ ਖਾਂਦਾ ਤੇ ਭਿਖਾਰੀ ਵੀ ਖਾਂਦਾ। ਗੁਰੂ ਘਰ ਦੇ ਲੰਗਰ ਵਿੱਚ ਕੋਈ ਮਨਾਹੀ ਨਹੀਂ ਹੈ। ਇੱਥੇ ਬਾਦਸ਼ਾਹ ਅਕਬਰ ਵੀ ਬੈਠਾ ਹੋਇਆ, ਲੰਗਰ ਗੋਇੰਦਵਾਲ ਦੇ ਵਿੱਚ ਆ ਕੇ ਛਕਦਾ ਪਿਆ। ਉਸੇ ਲੰਗਰ ਦੇ ਵਿੱਚ ਮੰਗਤੇ ਵੀ ਬੈਠੇ ਹੋਏ। ਸਿੱਖਾਂ ਨੇ ਜਾ ਕੇ ਆਖਿਆ ਵੀ ਇਹ ਲੱਡੂ ਜਿਹੜੇ ਨੇ ਬੜੇ ਸੁੰਦਰ ਸਵਾਦਿਸ਼ਟ ਗੁਰੂ ਘਰ ਵੱਲੋਂ ਆਏ ਨੇ, ਗੁਰੂ ਦਾ ਲੰਗਰ ਸਾਰਿਆਂ ਵਾਸਤੇ ਹੈ। ਫਟਿਓ ਹਮੈ ਤੁਮ ਕਰਨ ਮਾਨ। ਇਹ ਤੇਰੇ ਸਨਮਾਨ ਵਾਸਤੇ ਅਸੀਂ ਲੈ ਕੇ ਆਏ ਵੀ ਖਾਲੀ ਹੱਥ ਕੀ ਜਾਣਾ। ਵਿਦਵਾਨ ਪੁਰਸ਼ ਆਇਆ, ਬ੍ਰਾਹਮਣ ਆਇਆ, ਬੜੀ ਪਹੁੰਚੀ ਹੋਈ ਹਸਤੀ ਆਈ ਹੈ, ਤੇਰੇ ਸਤਿਕਾਰ ਵਾਸਤੇ ਅਸੀਂ 5 ਮਣ ਲੱਡੂ ਜਿਹੜੇ ਲੈ ਕੇ ਆਏ ਹਾਂ। ਕਿਸ ਦੇਸ਼ ਅਗਰ ਕਰ ਹਉ ਪਿਆਨ। ਤੇ ਆਪ ਜੀ ਇਹ ਲੱਡੂ ਛਕੋ, ਨਾਲੇ ਇਹ ਦੱਸੋ ਵੀ ਅੱਗੇ ਕਿੱਧਰ ਨੂੰ ਜਾਣਾ ਹੈ, ਕਿਹੜੇ ਪਾਸੇ ਚੱਲੇ ਹੋ, ਕਿਹੜੇ ਦੇਸ਼ ਨੂੰ ਭਾਗ ਲਾਉਣ ਲੱਗੇ ਹੋ, ਕਿਹੜੀ ਧਰਤੀ ਨੂੰ ਜਾ ਕੇ ਪਵਿੱਤਰ ਕਰਨ ਲੱਗੇ ਹੋ, ਉਹਦੇ ਬਾਰੇ ਵੀ ਸਾਨੂੰ ਦੱਸਣਾ ਕਰੋ। ਕਿਸ ਨਗਰ ਦੇ ਸ਼ਰਾਵਰ ਨਿਕੇ। ਤੇ ਨਾਲੇ ਕਿਰਪਾ ਕਰਕੇ ਇਹ ਦੱਸੋ ਵੀ ਤੁਹਾਡਾ ਘਰ ਹੈ ਕਿੱਥੇ, ਕਿਹੜੇ ਪਿੰਡ ਦੇ ਰਹਿਣ ਵਾਲੇ ਹੋ, ਕਿਹੜੇ ਸ਼ਹਿਰ ਦੇ ਰਹਿਣ ਵਾਲੇ ਹੋ, ਕਿੱਥੇ ਤੁਹਾਡਾ ਘਰ ਹੈ, ਤੁਹਾਡਾ ਟਿਕਾਣਾ ਕਿੱਥੇ ਹੈ, ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ, ਕਿੱਥੇ ਤੁਸੀਂ ਜੰਮੇ ਹੋ, ਕਿੱਥੇ ਵਿਦਿਆ ਪੜ੍ਹੀ ਹੈ, ਟਿਕਾਣਾ ਕੀ ਹੈ, ਆਏ ਕਿੱਥੋਂ ਹੋ ਤੇ ਚੱਲੇ ਕਿੱਥੇ ਹੋ, ਇਹ ਸਾਨੂੰ ਆਪ ਜੀ ਕਿਰਪਾ ਕਰਕੇ ਦੱਸ ਦੇਣਾ ਕਰੋ। ਸਥਾਨ ਕਰਨ ਕੋ ਕੌਣ ਹੇਤ। ਤੇ ਦੂਜੀ ਗੱਲ ਇਹ ਹੈ, ਜੇ ਤੁਸੀਂ ਅੱਗੇ ਕਿਤੇ ਚੱਲੇ ਹੋ ਤੇ ਕੰਮ ਕਿਹੜੇ ਚੱਲੇ ਹੋ। ਜੇ ਤੁਸੀਂ ਦੂਰੋਂ ਕਿਤੇੋਂ ਆਏ ਹੋ, ਅੱਗੇ ਕਿਤੇ ਜਾ ਰਹੇ ਹੋ ਤੇ ਕਿਸੇ ਕੰਮ ਹੀ ਜਾ ਰਹੇ ਹੋਵੋਗੇ ਨਾ, ਕਿਹੜੇ ਕੰਮ ਜਾ ਰਹੇ ਹੋ ਵੀ ਦੱਸ ਦਿਓ। ਇਹ ਲੱਡੂ ਗੁਰੂ ਘਰ ਵੱਲੋਂ ਆਏ ਨੇ ਤੁਹਾਡੀ ਸੇਵਾ ਵਾਸਤੇ, ਪਰ ਸਾਡਾ ਇਹ ਸਵਾਲ ਹੈ ਵੀ ਅੱਗੇ ਚੱਲੇ ਕਿੱਥੇ ਹੋ ਤੇ ਕਿਸ ਕੰਮ ਚੱਲੇ ਹੋ, ਤੇ ਫਿਰ ਆਏ ਕਿੱਥੇ ਜੇ, ਕਿਹੜਾ ਤੁਹਾਡਾ ਪਿੰਡ ਨਗਰ ਹੈ, ਉਹਦੇ ਬਾਰੇ ਦੱਸੋ। ਇਹ ਸਿੱਖਾਂ ਨੇ ਜਾ ਕੇ ਇਸ ਕੇਸ਼ਵ ਦਾਸ ਨੂੰ ਸਵਾਲ ਕੀਤੇ ਹਨ। ਸੁਨ ਵਿਪਰ ਭਨਿਓ ਸ਼ਿਵ ਨਗਰ ਵਿੱਚ। ਉਸ ਵੇਲੇ ਇਹ ਪੰਡਤ ਨੇ ਜਵਾਬ ਦਿੱਤਾ, ਕਹਿਣ ਲੱਗੇ ਵੀ ਮੇਰਾ ਜਿਹੜਾ ਨਗਰ ਹੈ ਨਾ, ਉਸ ਨੂੰ ਸ਼ਿਵ ਨਗਰ ਕਿਹਾ ਜਾਂਦਾ, ਸ਼ਿਵ ਜੀ ਦੀ ਨਗਰੀ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਕਾਂਸ਼ੀ।
ਉੱਤਰ ਪ੍ਰਦੇਸ਼ ਦੇ ਵਿੱਚ। ਕਹਿਣ ਲੱਗਾ ਵੀ ਮੇਰਾ ਉਹ ਇਲਾਕਾ, ਮੈਂ ਕਾਂਸ਼ੀ ਦੇ ਰਹਿਣ ਵਾਲਾ ਹਾਂ, ਮੇਰਾ ਜਨਮ ਸਥਾਨ ਉਹ ਹੈ ਜਿਹਨੂੰ ਬ੍ਰਾਹਮਣਾਂ ਦਾ ਜਾਂ ਪੰਡਤਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਮੈਂ ਉੱਥੇ ਰਹਿਣਾ ਕੀਤਾ, ਉੱਥੋਂ ਦੇ ਮੈਂ ਰਹਿਣ ਵਾਲਾ ਘਰ ਹਾਂ। ਤਹਾਂ ਮੋਖ ਜਹ ਊਚ ਨੀਚ। ਮੇਰਾ ਘਰ ਉੱਥੇ ਹੈ ਜਿੱਥੇ ਉੱਚਿਆਂ ਤੇ ਨੀਵਿਆਂ ਨੂੰ ਮੋਕਸ਼ ਮਿਲਦਾ, ਮੁਕਤੀ ਮਿਲਦੀ ਹੈ। ਕਾਂਸ਼ੀ ਦਾ ਇੱਕ ਬੜਾ ਵੱਡਾ ਇਤਿਹਾਸ ਹੈ। ਕਾਂਸ਼ੀ ਨੂੰ ਵਸਾਇਆ ਕਹਿਣ ਲੱਗੇ ਭਗਵਾਨ ਸ਼ਿਵ ਜੀ ਨੇ, ਜਿਸ ਨੂੰ ਮਹਾਂਦੇਵ ਕਿਹਾ ਜਾਂਦਾ। ਉਸਨੇ ਕਾਂਸ਼ੀ ਨੂੰ ਬਣਾਇਆ, ਵਸਾਇਆ ਹੈ। ਨਾਲ ਹੀ ਇਹ ਵਰ ਦਿੱਤਾ ਵੀ ਜਿਹੜਾ ਇੱਥੇ ਮਰੇਗਾ ਉਹ ਮੁਕਤ ਹੋ ਜਾਏਗਾ। ਇਹ ਵਰ ਵੀ ਦਿੱਤਾ, ਜਿਹੜਾ ਮਰੇਗਾ ਉਹ ਮੁਕਤ ਹੋ ਜਾਏਗਾ। ਇਹ ਗੱਲ ਸੁਣ ਕੇ ਦੂਰੋਂ ਦਰਾਡਿਓਂ ਲੋਕ ਜਿਹੜੇ ਸਨ ਕਾਂਸ਼ੀ ਵਿੱਚ ਆ ਕੇ ਰਹਿਣ ਲੱਗ ਪਏ। ਕੰਮ ਭਾਵੇਂ ਕਿਹੋ ਜਿਹਾ ਵੀ ਕਰੀਏ ਪਰ ਮਰ ਕੇ ਮੁਕਤ ਹੋ ਜਾਈਏ। ਮੁਕਤੀ ਕੌਣ ਨਹੀਂ ਚਾਹੁੰਦਾ? ਮੁਕਤੀ ਤਾਂ ਸਾਰੇ ਹੀ ਚਾਹੁੰਦੇ ਨੇ, ਪਾਪੀ ਵੀ ਚਾਹੁੰਦਾ, ਪੁੰਨੀ ਵੀ ਚਾਹੁੰਦਾ। ਕੰਮ ਅਸੀਂ ਜਿੱਦਾਂ ਦੇ ਮਰਜ਼ੀ ਕਰੀਏ, ਮਰ ਕੇ ਮੁਕਤ ਹੋ ਜਾਈਏ। ਸਾਰੀ ਦੁਨੀਆ ਕਾਂਸ਼ੀ ਵਿੱਚ ਜਾ ਕੇ ਰਹਿਣ ਲੱਗ ਪਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਰ ਕਾ ਸੇਵਕ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਜਦੋਂ ਭਗਤ ਕਬੀਰ ਜੀਆਂ ਦਾ ਅੰਤ ਵੇਲਾ ਆਇਆ ਨਾ, ਸਰੀਰ ਛੱਡਣ ਦਾ ਟਾਈਮ ਆਇਆ, ਤੇ ਭਗਤ ਕਬੀਰ ਜੀ ਵੀ ਕਾਂਸ਼ੀ ਦੇ ਰਹਿਣ ਵਾਲੇ ਸਨ। ਉਹਨਾਂ ਨੇ ਆਖਿਆ ਮੈਂ ਸਰੀਰ ਆਪਣਾ ਕਾਂਸ਼ੀ ਨਹੀਂ ਛੱਡਣਾ। ਲੋਕਾਂ ਨੇ ਆਖਣਾ ਵੀ ਭਗਤੀ ਭਾਵੇਂ ਕਰਦਾ ਰਿਹਾ ਪਰ ਮੁਕਤੀ ਕਾਂਸ਼ੀ ਨੇ ਦਿੱਤੀ ਹੈ। ਮੈਂ ਇਹ ਗੱਲ ਨਹੀਂ ਸੁਣਨੀ ਚਾਹੁੰਦਾ। ਮੈਂ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ, ਰੱਬ ਦਾ ਭਗਤ ਕਿਤੇ ਵੀ ਸਰੀਰ ਛੱਡੇ, ਪਰਮਾਤਮਾ ਉਹਦੀ ਮੁਕਤੀ ਉੱਥੇ ਕਰ ਦਿੰਦਾ। ਤੇ ਭਗਤ ਕਬੀਰ ਜੀ ਹੜੰਬੇ ਚਲੇ ਗਏ, ਨਾਲ ਹੀ ਜਿਸ ਨੂੰ ਹੜੰਬਾ ਕਿਹਾ ਜਾਂਦਾ, ਮਗਹਰ ਦੀ ਧਰਤੀ ਕਿਹਾ ਜਾਂਦਾ। ਵਿਦਵਾਨਾਂ ਨੇ ਲਿਖਿਆ ਵੀ ਬਿਆਸ ਜੀ ਆਪਣੇ 60,000 ਚੇਲਿਆਂ ਦੇ ਨਾਲ ਨਾ, ਵਿਦਿਆਰਥੀਆਂ ਦੇ ਨਾਲ ਕਾਂਸ਼ੀ ਵਿੱਚ ਆਏ ਸਨ। ਤੇ ਕਾਂਸ਼ੀ ਦਿਆਂ ਲੋਕਾਂ ਨੇ ਕੋਈ ਪ੍ਰਸ਼ਾਦਾ ਪਾਣੀ ਨਹੀਂ ਪੁੱਛਿਆ, ਕੋਈ ਸੇਵਾ ਨਹੀਂ ਕੀਤੀ। ਉਹ ਨਾਰਾਜ਼ ਹੋ ਕੇ ਚਲੇ ਗਏ। ਗੰਗਾ ਦੇ ਦੂਸਰੇ ਪਾਸੇ ਉਹਨਾਂ ਨੇ ਜਾ ਕੇ ਇੱਕ ਇਲਾਕਾ ਵਸਾਇਆ, ਉਸਨੂੰ ਮਗਹਰ ਕਿਹਾ। ਹੁਣ ਇਲਾਕਾ ਕਿਵੇਂ ਵਸੇ? ਇੱਕ ਪਾਸੇ ਤੇ ਕਾਂਸ਼ੀ ਸ਼ਹਿਰ ਹੈ, ਉੱਥੇ ਵਰ ਮਿਲਿਆ ਵੀ ਜਿਹੜਾ ਮਰੇਗਾ ਉਹ ਮੁਕਤ ਹੋ ਜਾਏਗਾ। ਹੁਣ ਦੁਨੀਆ ਤੇ ਉੱਥੇ ਜਾ ਕੇ ਵਸੇਗੀ ਨਾ ਜਿੱਥੇ ਮਰਿਆ ਮੁਕਤੀ ਮਿਲਦੀ ਹੈ। ਜਿਹੜਾ ਦੂਸਰਾ ਸ਼ਹਿਰ ਨਾਲ ਵਸ ਗਿਆ ਉੱਥੇ ਕੌਣ ਜਾ ਕੇ ਰਵੇ? ਪਰ ਹੁਣ ਬਿਆਸ ਜੀਆਂ ਦੇ ਮਨ ਵਿੱਚ ਇਹ ਆ ਵੀ ਮੇਰਾ ਸ਼ਹਿਰ ਜਿਹੜਾ ਮੈਂ ਵਸਾਇਆ ਉਹਦੇ ਨਾਲੋਂ ਵੀ ਵੱਡਾ ਹੋਵੇ, ਜਿੱਥੋਂ ਮੈਂ ਨਾਰਾਜ਼ ਹੋ ਕੇ ਆਇਆ। ਉਹਨਾਂ ਨੇ ਵੀ ਵਰ ਦਿੱਤਾ, ਕਹਿਣ ਲੱਗੇ ਜਿਹੜਾ ਇੱਥੋਂ ਲੰਘ ਵੀ ਜਾਏਗਾ ਨਾ, ਮੇਰੇ ਇਸ ਸ਼ਹਿਰ ਵਿੱਚੋਂ ਲੰਘ ਜਾਏਗਾ, ਉਹ ਵੀ ਮੁਕਤ ਹੋ ਜਾਏਗਾ। ਜੇ ਪੰਛੀ ਉੱਡ ਕੇ ਉੱਤੋਂ ਲੰਘੇਗਾ ਉਹ ਵੀ ਮੁਕਤ ਹੋ ਜਾਏਗਾ। ਜਦੋਂ ਬਿਆਸ ਜੀਆਂ ਨੇ ਵਚਨ ਕੀਤਾ, ਕਹਿਣ ਲੱਗੇ ਬੜੇ ਲੋਕ ਜਾ ਕੇ ਉੱਥੇ ਘਰ ਬਣਾਉਣ ਲੱਗ ਪਏ ਵੀ ਆਹ ਤੇ ਕੰਮ ਹੀ ਸੌਖਾ, ਉੱਥੇ ਤੇ ਰਹਿਣਾ ਪੈਣਾ, ਇੱਥੋਂ ਲੰਘਿਆ ਹੀ ਮੁਕਤੀ ਮਿਲ ਜਾਣੀ ਹੈ। ਕੁਝ ਕਾਂਸ਼ੀ ਦੇ ਲੋਕ ਉੱਠ ਕੇ ਉਸ ਧਰਤੀ ਤੇ ਮਗਹਰ ਦੀ ਤੇ ਚਲੇ ਗਏ। ਜਦੋਂ ਇਹ ਕੌਤਕ ਵੇਖਿਆ ਤੇ ਉਸ ਵੇਲੇ ਲੰਮਾ ਪ੍ਰਸੰਗ ਹੈ, ਸ਼ਾਸਤਰਾਂ ਵਿੱਚ ਲਿਖਿਆ। ਭਗਵਾਨ ਸ਼ਿਵ ਜੀ ਉਦਾਸ ਹੋ ਗਿਆ ਵੀ ਮੇਰੀ ਨਗਰੀ ਦੇ ਲੋਕ ਉੱਠ ਕੇ ਦੂਜੇ ਪਾਸੇ ਤੁਰੇ ਜਾਂਦੇ। ਉਹਨਾਂ ਦਾ ਪੁੱਤਰ ਗਣੇਸ਼ ਹੈ। ਗਣੇਸ਼ ਨੇ ਪੁੱਛਿਆ ਪਿਤਾ ਨੂੰ ਵੀ ਉਦਾਸ ਕਿਉਂ? ਕਹਿਣ ਲੱਗੇ ਉਦਾਸ ਤਾਂ ਆ, ਮੈਂ ਆਖਿਆ ਵੀ ਜਿਹੜਾ ਮੇਰੇ ਨਗਰ ਵਿੱਚ ਮਰੇਗਾ ਮੁਕਤ ਹੋਵੇਗਾ। ਬਿਆਸ ਜੀਆਂ ਨੇ ਨਾਲ ਇੱਕ ਨਗਰ ਹੋਰ ਵਸਾ ਦਿੱਤਾ। ਉਹ ਕਹਿਣ ਲੱਗੇ ਜਿਹੜਾ ਇੱਥੋਂ ਲੰਘ ਗਿਆ ਉਹਨੇ ਵੀ ਮੁਕਤ ਹੋ ਜਾਣਾ। ਮੇਰੇ ਨਗਰ ਦੇ ਲੋਕ ਉੱਠ ਕੇ ਉਹਦੇ ਨਗਰ ਵਿੱਚ ਜਾ ਕੇ ਰਹਿੰਦੇ ਪਏ। ਇਹਦਾ ਕੋਈ ਹੱਲ ਕਰਨਾ ਚਾਹੀਦਾ। ਤੇ ਗਣੇਸ਼ ਜੀ ਕਹਿਣ ਲੱਗੇ ਵੀ ਮੈਂ ਇਹਦਾ ਹੱਲ ਕਰ ਦਿੰਦਾ। ਉਹਨਾਂ ਨੇ ਆਪਣਾ ਰੂਪ ਬਦਲਿਆ। ਬਿਆਸ ਜੀਆਂ ਦੇ 60,000 ਚੇਲੇ ਸਨ, ਵਿਦਿਆਰਥੀ ਪੜ੍ਹਨ ਵਾਲੇ। ਇੰਨੇ ਵਿਦਿਆਰਥੀਆਂ ਚੋਂ ਕਿਹੜਾ ਪਤਾ ਲੱਗਦਾ ਵੀ ਨਵਾਂ ਕਿਹੜਾ ਆਇਆ ਤੇ ਪੁਰਾਣਾ ਕਿਹੜਾ? ਉਹ ਵੀ ਜਾ ਕੇ ਨਾਲ ਰਲ ਗਏ ਉਹਨਾਂ ਦੇ। ਜਾਣ ਬੁੱਝ ਕੇ ਪੁੱਛਿਆ, ਕਹਿਣ ਲੱਗੇ ਗੁਰੂਦੇਵ ਤੁਸੀਂ ਵਰ ਦਿੱਤਾ ਵੀ ਜਿਹੜਾ ਇੱਥੇ ਲੰਘੇਗਾ ਪਿੰਡ ਦੇ ਵਿੱਚ ਉਹ ਕੀ ਬਣੇਗਾ? ਉਹਨਾਂ ਨੇ ਦੱਸਿਆ, ਕਹਿਣ ਲੱਗੇ ਜਿਹੜਾ ਲੰਘ ਵੀ ਗਿਆ ਨਾ ਉਹ ਮੁਕਤ ਹੋ ਜਾਏਗਾ। ਗੱਲ ਤੇ ਸੁਣ ਲਈ, ਸੁਣ ਕੇ ਅਣਸੁਣੀ ਕਰ ਦਿੱਤੀ। ਦੁਬਾਰਾ ਫਿਰ ਪੁੱਛ ਲਿਆ, ਕਹਿਣ ਲੱਗੇ ਮੈਨੂੰ ਸਮਝ ਨਹੀਂ ਆਈ, ਮੈਨੂੰ ਸੁਣਿਆ ਨਹੀਂ ਵੀ ਤੁਸੀਂ ਕੀ ਆਖਿਆ। ਦੁਬਾਰਾ ਫਿਰ ਉਹਨਾਂ ਨੇ ਉਹੀ ਵਚਨ ਕੀਤਾ, ਕਹਿਣ ਲੱਗੇ ਜਿਹੜਾ ਇੱਥੋਂ ਲੰਘ ਜਾਏਗਾ ਉਹ ਮੁਕਤ ਹੋ ਜਾਏਗਾ। 2 ਵਾਰੀ ਸੁਣ ਕੇ ਤੀਜੀ ਵਾਰੀ ਫਿਰ ਆਖਿਆ, ਕਹਿਣ ਲੱਗੇ ਮੈਨੂੰ ਪਤਾ ਨਹੀਂ ਲੱਗਾ ਤੁਸੀਂ ਕੀ ਕਹਿ ਗਏ ਹੋ।
ਸਪਸ਼ਟ ਕਰਕੇ ਚੰਗੀ ਤਰ੍ਹਾਂ ਦੱਸੋ। ਸ਼ਾਸਤਰ ਇਹ ਗੱਲ ਕਹਿੰਦੇ, ਧਾਰਮਿਕ ਗ੍ਰੰਥ ਵੀ, ਜਦੋਂ 2-4 ਵਾਰੀ ਵਾਰ-ਵਾਰ ਪੁੱਛਿਆ ਤਾਂ ਉਹਨਾਂ ਨੂੰ ਗੁੱਸਾ ਆ ਗਿਆ। ਗੁੱਸੇ ਵਿੱਚ ਉਹਨਾਂ ਨੇ ਆਖਿਆ ਜਿਹੜਾ ਇੱਥੋਂ ਲੰਘੇਗਾ ਉਹ ਗਧਾ ਬਣ ਜਾਏਗਾ। ਜਦੋਂ ਇੰਨਾ ਵਚਨ ਕੀਤਾ, ਗਣੇਸ਼ ਨੇ ਨਾਲ ਹੀ ਆਖਿਆ ਤਥਾਸਤੁ, ਇੱਦਾਂ ਹੀ ਹੋਵੇ। ਤੇਰੇ ਪਿੰਡ ਵਿੱਚੋਂ ਜਿਹੜਾ ਲੰਘੇ ਜਾਂ ਇੱਥੇ ਆ ਕੇ ਰਵੇ ਉਹ ਗਧਾ ਹੀ ਬਣੇ। ਇਹ ਲੰਮਾ ਪ੍ਰਸੰਗ ਹੈ, ਇਸ ਕਰਕੇ ਉੱਥੇ ਕੋਈ ਆਪਣਾ ਸਰੀਰ ਛੱਡਣਾ ਨਹੀਂ ਚਾਹੁੰਦਾ। ਜਦੋਂ ਭਗਤ ਕਬੀਰ ਦਾ ਅੰਤ ਸਮਾਂ ਆਇਆ, ਉਹ ਕਹਿਣ ਲੱਗੇ ਮੈਂ ਕਾਸ਼ੀ ਵਿੱਚ ਸਰੀਰ ਨਹੀਂ ਛੱਡਣਾ, ਮੈਂ ਉੱਥੇ ਜਾ ਕੇ ਛੱਡਣਾ ਜਿੱਥੇ ਆਖਿਆ ਵੀ ਮਰ ਕੇ ਗਧਾ ਬਣੇ। ਮੈਂ ਵੇਖਦਾ ਮੈਨੂੰ ਕੌਣ ਗਧਾ ਬਣਾਉਂਦਾ ਹੈ। ਰੱਬ ਦਾ ਭਗਤ ਕਿਤੇ ਵੀ ਸਰੀਰ ਛੱਡੇ, ਭਾਵੇਂ ਉਹ ਮੰਜੇ ਤੇ ਪਿਆ ਹੋਵੇ, ਭਾਵੇਂ ਪਲੰਘ ਤੇ ਪਿਆ ਹੋਵੇ, ਭਾਵੇਂ ਧਰਤੀ ਤੇ ਪਿਆ ਹੋਵੇ, ਭਾਵੇਂ ਕਲਰਵਾਰੀ ਧਰਤੀ ਤੇ ਪਿਆ ਹੋਵੇ। ਜੋਤਸ਼ਾਂ ਦੇ ਵਿੱਚ ਨਾ ਵੱਖਰੀਆਂ ਗੱਲਾਂ ਲਿਖੀਆਂ ਵੀ ਕਲਰਵਾਰੀ ਧਰਤੀ ਤੇ ਮਰੇ ਉਹ ਆਹ ਬਣ ਜਾਂਦਾ, ਮੰਜੇ ਤੇ ਮਰੇ ਤੇ ਆਹ ਬਣ ਜਾਂਦਾ। ਰੱਬ ਦਾ ਭਗਤ ਕਿਤੇ ਵੀ ਸਰੀਰ ਛੱਡੇ, ਭਾਵੇਂ ਮੰਜਾ ਹੈ ਤੇ ਭਾਵੇਂ ਧਰਤੀ ਹੈ ਤੇ ਭਾਵੇਂ ਪਲੰਘ ਹੈ ਤੇ ਭਾਵੇਂ ਕਿਤੇ ਵੀ ਹੈ, ਉਹ ਮੁਕਤ ਹੀ ਮੁਕਤ ਹੈ। ਭਾਵੇਂ ਉਸ ਧਰਤੀ ਨੂੰ ਵਰ ਮਿਲਿਆ ਹੋਵੇ ਤੇ ਭਾਵੇਂ ਸ਼ਰਾਪ ਮਿਲਿਆ ਹੋਵੇ, ਰੱਬ ਦੇ ਭਗਤ ਦੇ ਉੱਪਰ ਕੋਈ ਚੀਜ਼ ਲਾਗੂ ਨਹੀਂ ਹੁੰਦੀ। ਤੇ ਭਗਤ ਕਬੀਰ ਜੀਆਂ ਨੇ ਇਸ ਤਰ੍ਹਾਂ ਜਾ ਕੇ ਉੱਥੇ ਸਰੀਰ ਛੱਡਿਆ ਸੀ। ਲੰਮਾ ਪ੍ਰਸੰਗ ਸ਼ਾਸਤਰਾਂ ਦੇ ਵਿੱਚ ਕਥਾਕਾਰਾਂ ਨੇ, ਵਿਦਵਾਨਾਂ ਨੇ ਇਤਿਹਾਸ ਲਿਖਿਆ ਹੋਇਆ। ਇਹ ਪੰਡਤ ਜਿਹੜਾ ਨੇ ਕਾਸ਼ੀ ਤੋਂ ਚੱਲ ਕੇ ਆਇਆ। ਆਪਾਂ ਕਾਸ਼ੀ ਦਾ ਇਹ ਤਾਂ ਥੋੜ੍ਹਾ ਜਿਹਾ ਹਵਾਲਾ ਦਿੱਤਾ, ਤਾਂ ਬਚਨ ਸਰਵਣ ਕੀਤਾ ਕਿ ਸਾਨੂੰ ਉਹਦੇ ਇਤਿਹਾਸ ਦਾ ਪਤਾ ਲੱਗ ਜਾਵੇ। ਪੰਡਤ ਦੇ ਮਨ ਦੇ ਵਿੱਚ ਵੀ ਬੜਾ ਮਾਣ ਹੈ ਵੀ ਮੈਂ ਉੱਥੋਂ ਆਇਆ ਹਾਂ ਜਿੱਥੇ ਮਰ ਕੇ ਬੰਦਾ ਮੁਕਤ ਹੁੰਦਾ। ਇਹਨੇ ਦੱਸਿਆ, ਕਹਿਣ ਲੱਗਾ ਜੀ, ਸਿੱਖਾਂ ਨੇ ਪੁੱਛਿਆ ਨਾ ਵੀ ਤੂੰ ਰਹਿਣ ਵਾਲਾ ਕਿੱਥੋਂ ਦਾ? ਕਹਿਣ ਲੱਗਾ ਮੈਂ ਕਾਸ਼ੀ ਦੇ ਰਹਿਣ ਵਾਲਾ ਹਾਂ, ਜਿਸ ਕਾਸ਼ੀ ਨੂੰ ਮਹਾਦੇਵ ਦੀ ਨਗਰੀ ਆਖਿਆ ਜਾਂਦਾ, ਜਿੱਥੇ ਮਰ ਕੇ ਬੰਦਾ ਮੁਕਤ ਹੁੰਦਾ ਹੈ। ਇਹਨੇ ਸਵਾਲ ਦਾ ਜਵਾਬ ਦਿੱਤਾ ਹੈ, ਚਿਰਕਾਲ ਬੀਤਿਓ ਚਿਤ ਚਹਿਤ ਭੂਰ। ਅਤੇ ਬਹੁਤ ਲੰਮਾ ਸਮਾਂ ਬਤੀਤ ਹੋ ਗਿਆ ਤੇ ਮੇਰਾ ਮਨ ਬੜਾ ਚਾਹੁੰਦਾ ਸੀ। ਸਮਾਂ ਬੜਾ ਲੰਘ ਗਿਆ ਪਰ ਮੇਰੇ ਮਨ ਦੀ ਇੱਕ ਤਮੰਨਾ ਸੀ, ਮੇਰਾ ਮਨ ਚਾਹੁੰਦਾ ਬੜਾ ਸੀ ਬੜੇ ਚਿਰ ਤੋਂ। ਸਿੱਖਾਂ ਨੇ ਪੁੱਛਿਆ ਵੀ ਕੀ ਤੇਰਾ ਮਨ ਚਾਹੁੰਦਾ ਸੀ ਬੜੇ ਚਿਰ ਤੋਂ, ਸਾਨੂੰ ਦੱਸ। ਤੇ ਫਿਰ ਦੱਸਣ ਲੱਗਾ ਹੈ, ਜਵਾਲਾ ਸੁਮੁਖੀ ਪਰਸਨ ਜ਼ਰੂਰ। ਮੇਰਾ ਜੀ ਕਰਦਾ ਸੀ ਮੈਂ ਜਵਾਲਾਮੁਖੀ ਜਾਵਾਂ, ਉੱਥੇ ਦੇਵੀ ਦੇ ਦਰਸ਼ਨ ਕਰਾਂ। ਜਵਾਲਾ ਵੀ ਅੱਗ ਨੂੰ ਹੀ ਕਿਹਾ ਜਾਂਦਾ। ਜਵਾਲਾਮੁਖੀ ਦੇਵੀ ਦਾ ਮੰਦਿਰ ਜਿਹੜਾ ਬਣਿਆ, ਮੇਰੇ ਮਨ ਦੀ ਬੜੀ ਇੱਛਾ ਸੀ। ਮੈਂ ਬੜੇ ਗ੍ਰੰਥਾਂ ਵਿੱਚ ਮਹਿਮਾ ਪੜ੍ਹੀ ਹੈ, ਸੁਣੀ ਹੈ ਵੀ ਉਸ ਮੰਦਿਰ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ। ਹਿੰਦੂਆਂ ਦੇ ਜਿੰਨੇ ਧਾਰਮਿਕ ਸਥਾਨ ਨੇ ਉਹਦੇ ਵਿੱਚੋਂ ਇੱਕ ਇਹ ਬਹੁਤ ਵੱਡਾ ਧਾਰਮਿਕ ਸਥਾਨ ਹੈ। ਇਹਦੇ ਦਰਸ਼ਨਾਂ ਦਾ ਬੜਾ ਵੱਡਾ ਮਹਾਤਮ ਗਿਣਿਆ ਜਾਂਦਾ। ਜਿਹੜੇ 68 ਤੀਰਥਾਂ ਦੀ ਗੱਲ ਆਉਂਦੀ ਹੈ ਨਾ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਹੜੀ 68 ਤੀਰਥਾਂ ਦੀ ਗੱਲ ਕੀਤੀ, ਉਹਨਾਂ 68 ਦੇ ਵਿੱਚ ਇੱਕ ਇਹ ਵੀ ਆਉਂਦਾ ਹੈ, ਜਵਾਲਾਮੁਖੀ ਦਾ ਨਾਮ ਜਿਹੜਾ ਹੈ। ਰੋ ਵਿਚਾਰ ਇਹ ਪੰਡਤ ਕਹਿੰਦਾ ਵੀ ਮੇਰੇ ਮਨ 'ਚ ਬੜੇ ਚਿਰ ਦੀ ਇੱਛਾ ਸੀ ਵੀ ਮੈਂ ਉਸ ਮੰਦਿਰ ਦੇ ਦਰਸ਼ਨ ਕਰਾਂ। ਸਿੱਖਾਂ ਨੇ ਸਵਾਲ ਕੀਤਾ ਸੀ ਨਾ ਵੀ ਚੱਲਿਆ ਕਿੱਥੇ ਆ? ਕਹਿਣ ਲੱਗਾ ਵੀ ਉੱਥੇ ਚੱਲਿਆ ਜੇ, ਮੈਂ ਜਵਾਲਾ ਜੀ ਦੇ ਦਰਸ਼ਨ ਕਰਨ ਚੱਲਿਆ ਹਾਂ। ਚਕਸੋ ਭਈ ਅਬ ਕੇ ਵਿਸਾਲ। ਪਰ ਅਚਾਨਕ ਹੀ ਇੱਥੋਂ ਲੰਘਦਾ ਤੇ ਕਹਿਣ ਲੱਗੇ, ਇੱਛਾ ਤੇ ਬੜੇ ਚਿਰ ਦੀ ਸੀ ਪਰ ਅਚਾਨਕ ਹੀ ਇੱਕ ਵਿਧ ਬਣ ਗਈ ਹੈ। ਨਾਲਦਿਆਂ ਨੇ ਵੀ ਸਹਿਯੋਗ ਦਿੱਤਾ, ਮੇਰੇ ਕੋਲ ਵੀ ਚਲੋ ਖਰਚਾ ਪਾਣੀ ਖੁੱਲ੍ਹਾ ਸੀ। ਮੈਂ ਆਖਿਆ ਵੀ ਚਲੋ ਦਿਨ ਵੀ ਚੰਗੇ ਨੇ, ਬਰਸਾਤ ਦੇ ਦਿਨ ਨਹੀਂ, ਚਲੋ ਜਾ ਕੇ ਦਰਸ਼ਨ ਕਰ ਆਈਏ। ਅਚਾਨਕ ਹੀ ਮੇਰਾ ਸਬੱਬ ਬਣ ਗਿਆ ਉੱਥੇ ਜਾਣ ਦਾ, ਮੈਂ ਤਾਂ ਆ ਗਿਆ ਹਾਂ। ਬਿਨ ਇੱਛ ਤਿਆਰ ਭੇ ਲੋਕ ਜਾਲ। ਅਤੇ ਇੱਛਾ ਤੇ ਬਹੁਤੀ ਨਹੀਂ ਸੀ ਪਰ ਮੇਰੇ ਕਰਕੇ ਕਈ ਨਾਲ ਅੱਜ ਜਿੰਨੇ ਮੇਰੇ ਨਾਲ ਆ ਕੇ ਬੈਠੇ ਨੇ, ਇਹ ਵੀ ਸਾਰੇ ਮੇਰੇ ਵੱਲ ਵੇਖ ਕੇ ਤਿਆਰ ਹੋ ਪਏ ਵੀ ਚਲੋ ਜੇ ਪੰਡਤ ਜੀ ਤੁਸੀਂ ਚੱਲੇ ਹੋ ਅਸੀਂ ਵੀ ਤੁਹਾਡੇ ਨਾਲ ਚੱਲਦੇ ਹਾਂ। ਮੈਂ ਮਹਮੈ ਸੋ ਗੁਰ ਕੀ ਸੁਨੰਤ। ਮੈਂ ਤੁਰਿਆ ਜਾਂਦਾ ਸੀ ਤੇ ਮੈਨੂੰ ਪੰਜਾਬ ਦੇ ਵਿੱਚ ਆ ਕੇ ਪਤਾ ਲੱਗਾ ਵੀ ਇੱਥੇ ਇੱਕ ਗੁਰੂ ਰਹਿੰਦਾ ਹੈ ਤੇ ਗੁਰੂ ਦੀ ਬੜੀ ਵੱਡੀ ਮਹਿਮਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈ ਕੇ ਆਖਣ ਲੱਗਾ ਹੈ ਪੰਡਤ ਕੇਸ਼ਵ ਦਾਸ ਵੀ ਮੈਂ ਮਹਾਰਾਜ ਦੀ ਬੜੀ ਮਹਿਮਾ ਸੁਣੀ ਹੈ। ਨਿਤ ਦੇਤ ਦਾਨ ਕੀਰਤ ਲਹੰ। ਤੇ ਮੈਂ ਇਹ ਵੀ ਸੁਣਿਆ ਵੀ ਮਹਾਰਾਜ ਬੜਾ ਵੱਡਾ ਦਾਨ ਦਿੰਦੇ। ਮਹਿਮਾ ਇਹਨੇ ਜਿਹੜੀ ਸੁਣੀ ਹੈ ਨਾ, ਮਹਿਮਾ ਇਹੋ ਹੀ ਸੁਣੀ ਹੈ ਵੀ ਮਹਾਰਾਜ ਮਾਇਆ ਬੜੀ ਦਿੰਦੇ। ਜੇ ਨਿੱਕੇ ਮੋਟੇ ਪੰਡਤਾਂ ਨੂੰ ਵੱਡਾ ਦਾਨ ਮਿਲਦਾ ਤੇ ਮੈਂ ਤੇ ਹੈ ਹੀ ਵੱਡਾ ਪੰਡਤ, ਮੈਨੂੰ ਤੇ ਵੱਡਾ ਦਾਨ ਮਿਲੇਗਾ। ਇਹ ਤਾਂ ਇੱਧਰ ਨੂੰ ਆਇਆ ਹੈ ਵੀ ਚਲੋ ਨਾਲੇ ਤੇ ਅਨੰਦਪੁਰ ਸਾਹਿਬ ਰਵਾਂਗੇ 1-2 ਰਾਤਾਂ, ਨਾਲੇ ਮਹਾਰਾਜ ਕੋਲੋਂ ਦਛਨਾ ਲੈ ਲਵਾਂਗੇ, ਮਹਾਰਾਜ ਸਨਮਾਨ ਕਰਨਗੇ।
ਮੈਂ ਮਹਾਰਾਜ ਦੀ ਬੜੀ ਮਹਿਮਾ ਸੁਣੀ ਅਬ ਹੈ। ਆਨ ਭਇਓ ਤਿੰਨ ਨਗਰ ਡੇਰ। ਤੇ ਮੈਂ ਉਹਨਾਂ ਦੇ ਇਸ ਨਗਰ ਵਿੱਚ ਤਾਂ ਆਇਆ, ਆਨੰਦਪੁਰ ਸਾਹਿਬ ਦੇ ਵਿੱਚ ਮੈਂ ਤਾਂ ਆਇਆ, ਬਾਗ ਦੇ ਵਿੱਚ ਮੈਂ ਡੇਰਾ ਤਾਂ ਕੀਤਾ ਵੀ ਮੈਂ ਮਹਾਰਾਜ ਦੀ ਬੜੀ ਉਪਮਾ ਸੁਣੀ ਮਿਲ ਹੈ। ਕਰ ਕਿਰਪਾਲ ਗਮਨੈ ਸੋ ਤੇ ਫੇਰ। ਮੈਂ ਇੱਥੇ ਰਹਿਣਾ ਨਹੀਂ ਹੈ, ਬਸ ਮੇਰੀ ਇੱਕ ਨਿੱਕੀ ਜਿਹੀ ਇੱਛਾ ਹੈ ਵੀ ਜੇ ਤੁਸੀਂ ਮੈਨੂੰ ਗੁਰੂ ਪਾਤਸ਼ਾਹ ਨਾਲ ਮਿਲਾ ਦਿਓ ਤੇ ਮੈਂ ਉਹਨਾਂ ਨੂੰ ਨਮਸਕਾਰ ਕਰ ਲਵਾਂ, ਕੋਈ ਦੋ ਚਾਰ ਬਚਨ ਬਲਾ ਸਾਂਝੇ ਕਰ ਲਵਾਂ ਤੇ ਫਿਰ ਮੈਂ ਅੱਗੇ ਜਾਣਾ। ਮੇਰੇ ਕੋਲ ਸਮਾਂ ਬਹੁਤਾ ਨਹੀਂ, ਮੇਰੇ ਕੋਲ ਕੰਮ ਬਹੁਤੇ ਨੇ, ਸਮਾਂ ਮੇਰੇ ਕੋਲ ਥੋੜਾ, ਪਰ ਥੋੜੇ ਸਮੇਂ ਦੇ ਵਿੱਚ ਮੈਂ ਚਾਹੁੰਦਾ ਵੀ ਚਲੋ ਮਹਾਰਾਜ ਦੀ ਵੀ ਹਾਜ਼ਰੀ ਭਾਰੀ ਲਈਏ, ਦਰਸ਼ਨ ਕਰ ਹੀ ਲਈਏ। ਮੇਰੇ ਇੱਥੇ ਆਨੰਦਪੁਰ ਸਾਹਿਬ ਆਉਣ ਦਾ ਕਾਰਨ ਇਹ ਹੈ। ਅਮਰੋ ਬਖਾਨ ਆਸ਼ੀਰਵਾਦ। ਅਤੇ ਸਾਡੇ ਵੱਲੋਂ ਮਹਾਰਾਜ ਨੂੰ ਆਸ਼ੀਰਵਾਦ ਦਿਓ। ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ। ਬ੍ਰਾਹਮਣ ਇਹ ਗੱਲ ਸਮਝਦਾ ਵੀ ਮੈਂ ਗੁਰੂ ਹਾਂ, ਮੇਰੇ ਤੋਂ ਆਸ਼ੀਰਵਾਦ ਭਾਵੇਂ ਕੋਈ ਲਵੇ ਤੇ ਭਾਵੇਂ ਨਾ ਲਵੇ, ਮੈਂ ਦੇਣਾ ਜ਼ਰੂਰ ਹੈ। ਸਿੱਖਾਂ ਨੂੰ ਵੀ ਇਹ ਗੱਲ ਕਹਿ ਰਿਹਾ, ਕਹਿਣ ਲੱਗਾ ਮਹਾਰਾਜ ਨੂੰ ਮੇਰੇ ਵੱਲੋਂ ਜਾ ਕੇ ਆਸ਼ੀਰਵਾਦ ਆਖਿਓ। ਸਿੱਖ ਸੁਣਦੇ ਪਏ, ਕਹਿਣ ਲੱਗਾ ਮੈਂ ਸੋਚਿਆ ਵੀ ਆਨੰਦਪੁਰ ਸਾਹਿਬ ਦੇ ਕੋਲੋਂ ਲੰਘਣਾ ਹੀ ਹੈ, ਚਲੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਸ਼ੀਰਵਾਦ ਹੀ ਦੇਈ ਚੱਲੀਏ। ਤੇ ਗੁਰਮੁਖੋ ਇਹਦਾ ਜਿਹੜਾ ਆਸ਼ੀਰਵਾਦ ਹੈ ਨਾ, ਮਹਾਰਾਜ ਨੂੰ 1.25 ਲੱਖ ਰੁਪਏ 'ਚ ਜਾ ਕੇ ਪੈਣਾ। ਪਿੱਛੇ ਬਚਨ ਆਪੇ ਹੀ ਕਹਿੰਦਾ ਪਿਆ ਨਾ ਵੀ ਮਹਾਰਾਜ ਦਾਨ ਬੜਾ ਦਿੰਦੇ। ਹੁਣ ਜਿੱਥੇ ਦੂਜਿਆਂ ਨੂੰ ਮਹਾਰਾਜ 100 ਦਿੰਦੇ ਹੋਣਗੇ ਜਾਂ 1000 ਦਿੰਦੇ ਹੋਣਗੇ, ਇਹ ਪੰਡਤ ਵੱਡਾ ਹੈ, ਉੱਚ ਕੋਟੀ ਦਾ, ਇਹਦੀ ਮਹਿਮਾ ਜ਼ਿਆਦੀ ਹੈ, ਨਾ ਇਹਦਾ ਵੱਡਾ। ਜਿੱਡਾ ਵੱਡਾ ਪੰਡਤ ਹੈ, ਲਿਫਾਫਾ ਵੀ ਤੇ ਓਡਾ ਹੀ ਵੱਡਾ ਮਿਲੇਗਾ। ਵੱਡੇ ਨਾਮ ਦਾ ਫਾਇਦਾ ਹੀ ਇਹ ਹੈ ਕਿ ਰਕਮ ਮੋਟੀ ਮਿਲਦੀ ਹੈ, ਛੋਟੇ ਨਾਮ ਵਾਲਿਆਂ ਨੂੰ ਛੋਟੀ ਮਿਲਦੀ ਹੈ। ਮਹਾਰਾਜ ਨੂੰ ਆਸ਼ੀਰਵਾਦ ਜਿਹੜਾ ਦੇਣ ਚੱਲਿਆ, ਇਹਦਾ ਆਸ਼ੀਰਵਾਦ 1.25 ਲੱਖ 'ਚ ਪੈਣਾ। ਪਰ 1.25 ਲੱਖ ਦਾ ਮਨ ਵਿੱਚ ਫੁਰਨਾ ਤੇ ਆ ਗਿਆ, ਪਰ ਪਹਾੜੀ ਤੋਂ ਥੱਲੇ ਭੱਜ ਕੇ ਉਤਰਨਾ ਕਿਵੇਂ ਹੈ ਅਜੇ ਪਤਾ ਨਹੀਂ ਇਹਨੂੰ ਵੀ ਮੇਰੇ ਨਾਲ ਬੰਨਾ ਕੀ ਹੈ। ਅੱਗੇ ਜਾ ਕੇ ਇਤਿਹਾਸ ਵਿੱਚ ਬਚਨ ਸਰਵਣ ਕਰਾਂਗੇ ਵੀ ਜੁੱਤੀਆਂ ਵੀ ਆਪਣੀਆਂ ਛੱਡ ਕੇ ਕਿਵੇਂ ਦੌੜਿਆ। ਆਇਆ ਹੈ ਮਹਾਰਾਜ ਦੇ ਕੋਲ ਬਹਾਨਾ ਬਣਾ ਕੇ, ਕਹਿਣ ਲੱਗਾ ਵੀ ਮਹਾਰਾਜ ਨੂੰ ਜਾ ਕੇ ਮੇਰਾ ਆਸ਼ੀਰਵਾਦ ਕਹਿਣਾ ਕਰੋ। ਪ੍ਰਭ ਮਿਲੋ ਆਨ ਜਬ ਕਰੈ ਯਾਦ। ਅਤੇ ਜਦੋਂ ਮਹਾਰਾਜ ਮੈਨੂੰ ਯਾਦ ਕਰਨ ਮੈਂ ਮਿਲਾਂ, ਮੈਂ ਮਿਲਣ ਵਾਸਤੇ ਤਿਆਰ ਹਾਂ। ਗੁਰੂ ਪਾਤਸ਼ਾਹ ਤੋਂ ਸਮਾਂ ਲਓ ਵੀ ਮਹਾਰਾਜ ਤੁਹਾਡੇ ਕੋਲ ਕਦੋਂ ਟਾਈਮ ਹੈ, ਮੈਂ ਆਪ ਜੀ ਦੇ ਦਰਸ਼ਨ ਉਦੋਂ ਹੀ ਆ ਕੇ ਕਰ ਲਵਾਂਗਾ। ਸੁਨ ਦਇਆ ਰਾਮ ਅਰਨੰਦ ਚੰਦ। ਜਦੋਂ ਮਹਾਰਾਜ ਦੇ ਸਿੱਖਾਂ ਨੇ ਸੁਣਿਆ ਨਾ ਬਚਨ, ਇਸ ਬ੍ਰਾਹਮਣ ਨੇ ਦੱਸਿਆ ਵੀ ਕਾਸ਼ੀ ਤੋਂ ਆਇਆ, ਜਵਾਲਾ ਜੀ ਦੇ ਦਰਸ਼ਨ ਕਰਨ ਚੱਲਿਆ, ਇੱਥੇ ਮੈਂ ਤਾਂ ਆਇਆ ਵੀ ਮਹਾਰਾਜ ਨੂੰ ਮਿਲਣਾ ਚਾਹੁੰਦਾ ਹਾਂ। ਜਦੋਂ ਇਹ ਸਾਰੇ ਬਚਨ ਗੁਰੂ ਕਿਆਂ ਸਿੱਖਾਂ ਨੇ, ਭਾਈ ਆਨੰਦ ਚੰਦ ਤੇ ਭਾਈ ਦਇਆ ਰਾਮ ਨੇ ਸੁਣੇ ਹਨ, ਸਪਨੀ ਗਾਤ ਢਿੱਗ ਗੇ ਮੁਕੰਦ। ਇਹਨਾਂ ਨੇ ਆਖਿਆ ਵੀ ਠੀਕ ਹੈ ਪੰਡਤ ਜੀ, ਆ 5 ਮਣ ਲੱਡੂ ਤੇ ਪਹਿਲਾਂ ਸਾਂਭੋ, ਇਹ ਛਕੋ ਇਹਨਾਂ ਨੂੰ, ਅਸੀਂ ਆਉਂਦੇ ਹਾਂ ਦੁਬਾਰਾ ਤੇਰੇ ਕੋਲ, ਤੇਰਾ ਸੁਨੇਹਾ ਮਹਾਰਾਜ ਨੂੰ ਦੇ ਆਈਏ, ਤੇ ਫਿਰ ਜੋ ਮਹਾਰਾਜ ਕਹਿਣਗੇ ਉਹ ਤੈਨੂੰ ਆ ਕੇ ਦੱਸਾਂਗੇ। ਇਹ ਗੱਲਬਾਤ ਸਾਰੀ ਸੁਣ ਕੇ ਤੇ ਮਹਾਰਾਜ ਦੇ ਕੋਲ ਆ ਗਏ ਹਨ। ਗੁਰ ਕਹਿਓ ਫੇਰ ਸੁਧ ਲਿਓ ਸਰਬ। ਸਤਿਗੁਰਾਂ ਨੂੰ ਆ ਕੇ ਦੱਸਿਆ ਵੀ ਮਹਾਰਾਜ ਉਹ ਕਾਸ਼ੀ ਤੋਂ ਆਇਆ ਜੇ, ਜਵਾਲਾ ਦੇ ਚੱਲਿਆ ਤੇ ਤੁਹਾਨੂੰ ਮਿਲਣਾ ਚਾਹੁੰਦਾ। ਸਤਿਗੁਰੂ ਸੁਣ ਕੇ ਬਚਨ ਹੱਸ ਪਏ, ਕਹਿਣ ਲੱਗੇ ਫਿਰ ਉਹਦੀ ਖਬਰ ਸਾਰ ਲੈਂਦੇ ਰਿਓ, ਇਕੱਲੇ 5 ਮਣ ਲੱਡੂਆਂ ਤੇ ਨਾ ਬੈਠੇ ਰਿਓ ਵੀ 5 ਮਣ ਲੱਡੂ ਦੇਤੇ ਤੇ ਇਹਦੇ ਨਾਲ ਨਿਬੇੜਾ ਹੋ ਜਾਣਾ। ਇਹ ਲੱਡੂ ਤੇ ਤੁਹਾਡੇ ਕੱਲ ਤੱਕ ਨਹੀਂ ਲੱਭਣੇ, ਕਿੱਧਰ ਚਲੇ ਜਾਣ। ਉਹਦੀ ਖਬਰ ਸਾਰ ਲੈਂਦੇ ਰਿਓ, ਜਿਹੜੇ ਜਿਹੜੇ ਉਹਨੂੰ ਭੋਜਨ ਚਾਹੀਦੇ ਨੇ ਉਹਨੂੰ ਪਹੁੰਚਾਉਂਦੇ ਰਹੋ, ਉੱਥੇ ਉਹ ਛਕਦਾ ਰਵੇ, ਸਾਰਾ ਉਹਦਾ ਧਿਆਨ ਰੱਖਣਾ ਕਰੋ। ਸਭ ਵਿਦਿਆ ਗੁਣੀ ਕੈ ਹੋਤ ਗਰਭ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹੜਾ ਬੰਦਾ ਵਿਦਿਆ ਵਾਲਾ ਹੋਵੇ ਨਾ, ਤੇ ਸੁਭਾਵਿਕ ਹੀ ਉਹਦੇ ਮਨ ਵਿੱਚ ਹੰਕਾਰ ਹੁੰਦਾ, ਭਾਵੇਂ ਉਹ ਕੋਈ ਵੀ ਹੋਵੇ, ਭਾਵੇਂ ਕੋਈ ਸਕੂਲ ਦੀ ਪੜ੍ਹਾਈ ਪੜ੍ਹਿਆ, ਦੁਨਿਆਵੀ ਪੜ੍ਹਾਈ ਪੜ੍ਹਿਆ, ਸੰਸਾਰੀ ਪੜ੍ਹਾਈ ਪੜ੍ਹਿਆ, ਤੇ ਭਾਵੇਂ ਕੋਈ ਨਿਰੰਕਾਰੀ ਪੜ੍ਹਾਈ ਪੜ੍ਹਿਆ, ਉਹਦੇ ਮਨ ਵਿੱਚ ਕਿਤੇ ਨਾ ਕਿਤੇ ਮਾਣ ਜ਼ਰੂਰ ਹੁੰਦਾ, ਹੰਕਾਰ ਜ਼ਰੂਰ ਹੁੰਦਾ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਹੀ ਹਾਂ ਜੋ ਹਾਂ। ਸਤਿਗੁਰੂ ਵੀ ਜਾਣਦੇ ਨੇ ਵੀ ਇਹ ਪੰਡਤ ਗ੍ਰੰਥ ਬੜੇ ਪੜ੍ਹਿਆ ਹੋਇਆ, ਮਾਣ ਤੇ ਇਹਦੇ ਮਨ ਵਿੱਚ ਵੀ ਜ਼ਰੂਰ ਹੈ। ਤਾਂ ਹੀ ਉਹਨੇ ਆਖਿਆ ਨਾ ਵੀ ਮੈਂ ਮਹਾਰਾਜ ਨੂੰ ਆਸ਼ੀਰਵਾਦ ਦੇਣ ਆਇਆ। ਜੇ ਮਾਣ ਨਾ ਹੋਵੇ ਤੇ ਭਜਨ ਕਿਉਂ ਕਰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖੋ, ਜਿਹੜਾ ਬੰਦਾ ਵਿਦਿਆ ਵਿੱਚ ਹੁੰਦਾ, ਵਿਦਿਆ ਵਾਲੇ ਬੰਦੇ ਨੂੰ ਆਪਣੀ ਵਿਦਿਆ ਦਾ ਮਾਣ ਵੀ ਹੁੰਦਾ ਹੈ, ਹੰਕਾਰ ਵੀ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵਿਦਿਆ ਦਾ ਉਹਨੂੰ ਹੰਕਾਰ ਹੈ, ਉਹਦੇ ਕੋਲੋਂ ਬਚ ਕੇ ਰਿਓ, ਕੋਈ ਬਹੁਤਾ ਬਚਨ ਨਾ ਉਹਦੇ ਨਾਲ ਕਰਿਓ, ਉਹਨੇ ਗ੍ਰੰਥਾਂ ਦੇ ਬਚਨਾਂ ਦੇ ਵਿੱਚ ਤੁਹਾਨੂੰ ਉਲਝਾ ਲੈਣਾ। ਉਹਨੂੰ ਵਿਦਿਆ ਦਾ ਮਾਣ ਹੈ, ਤੁਸੀਂ ਉਹਦੇ ਨਾਲ ਬਚਨ ਕੋਈ ਉੱਚਾ ਨੀਵਾਂ ਨਹੀਂ ਕਰਨਾ। ਕੋਈ ਵੀ ਵਿਦਵਾਨ ਹੋਵੇ
ਉਹਨੂੰ ਆਪਣੀ ਵਿਦਿਆ ਦਾ ਥੋੜ੍ਹਾ ਬਹੁਤਾ ਨਹੀਂ ਤੇ ਥੋੜ੍ਹਾ ਬਹੁਤਾ ਮਾਣ ਤੇ ਜ਼ਰੂਰ ਹੁੰਦਾ। ਤੇ ਕਈ ਵਾਰੀ ਆਪਣੇ ਮਾਣ ਵਿੱਚ ਹੀ ਫਿਰ ਮਨੁੱਖ ਘਾਟਾ ਵੀ ਖਾ ਜਾਂਦਾ। ਸੋ ਮਹਾਰਾਜ ਕਹਿੰਦੇ ਪਏ ਹਨ, ਸੁਣ ਕੈ ਦੀਵਾਨ ਸਭ ਕਿਛ ਪੁਚਾਏ। ਉਸ ਵੇਲੇ ਇਹ ਜਿਹੜਾ ਦੀਵਾਨ ਆਨੰਦ ਚੰਦ ਹੈ ਨਾ ਮਹਾਰਾਜ ਦਾ, ਇਹਨੇ ਸੁਣਿਆ ਬਚਨ, ਕਹਿਣ ਲੱਗਾ ਵੀ ਸਤਿਗੁਰੂ ਤੁਸੀਂ ਫਿਕਰ ਨਾ ਕਰੋ, ਅਸੀਂ ਉਸ ਪੰਡਤ ਨਾਲ ਕੋਈ ਉੱਚਾ ਨੀਵਾਂ ਬਚਨ ਨਹੀਂ ਕਰਾਂਗੇ। ਜਿਹੜੀ ਉਹਨੂੰ ਵਸਤੂ ਚਾਹੀਦੀ ਹੋਵੇਗੀ ਨਾ, ਉਹ ਅਸੀਂ ਆਪਣੇ ਆਪ ਹੀ ਉਹਦੇ ਕੋਲ ਪਹੁੰਚਾਈ ਚੱਲਾਂਗੇ। ਇਹ ਭਾਈ ਆਨੰਦ ਚੰਦ ਜਿਹੜੇ ਨੇ ਸੁਣ ਕੇ ਬਚਨ ਤੇ ਉਸ ਵੇਲੇ ਆਪਣੇ ਆਪ ਵਸਤੂਆਂ ਭੇਜਦੇ ਪਏ ਹਨ। ਬੰਸ਼ਤ ਜੇ ਵਸਤ ਜੋ ਜੋ ਬਤਾਏ। ਜਿਹੜੀ ਉਹ ਵਸਤੂ ਕਹਿੰਦਾ ਹੈ ਨਾ ਵੀ ਅੱਜ ਮੈਂ ਚੌਲ ਖਾਣੇ ਚਾਹੁੰਦਾ, ਅੱਜ ਮੈਂ ਮੱਕੀ ਦਾ ਪ੍ਰਸ਼ਾਦਾ ਛਕਣਾ ਚਾਹੁੰਦਾ, ਅੱਜ ਮੈਂ ਇਹ ਖਾਣਾ ਚਾਹੁੰਦਾ, ਜੋ ਵੀ ਉਹਦੀ ਉੱਥੋਂ ਇੱਛਾ ਹੁੰਦੀ ਹੈ, ਉਹਦੀ ਇੱਛਾ ਦੇ ਮੁਤਾਬਕ ਵਸਤੂਆਂ ਤਿਆਰ ਕਰਕੇ ਉਹਦੇ ਕੋਲ ਪਹੁੰਚਾਈਆਂ ਜਾਂਦੀਆਂ ਉਹਨੂੰ ਖੁਸ਼ ਕਰਨ ਵਾਸਤੇ। ਦਿਨ ਗਇਓ ਬੀਤ ਰਹਿ ਜਾਮ ਏਕ। ਕਹਿਣ ਲੱਗੇ ਗੁਰਮੁਖੋ ਵੀ ਇਸ ਤਰ੍ਹਾਂ ਸਾਰਾ ਦਿਨ ਲੰਘ ਗਿਆ। ਪੰਡਤ ਜੀ ਬਾਗ ਵਿੱਚ ਬੈਠੇ ਨੇ, ਸਤਿਗੁਰੂ ਆਪਣੇ ਮਹਿਲ ਵਿੱਚ ਬੈਠੇ, ਕਮਰੇ ਵਿੱਚ ਬੈਠੇ ਹੋਏ। ਇੱਕ ਪਹਿਰ ਦਿਨ ਰਹਿ ਗਿਆ, ਭਾਵ ਕਿ ਸ਼ਾਮ ਦੇ 3 ਵੱਜ ਗਏ ਤੇ ਸਤਿਗੁਰੂ ਪਾਤਸ਼ਾਹ ਵੀ ਆਪਣੀ ਜਗ੍ਹਾ ਤੇ ਬੈਠੇ ਹੋਏ ਹਨ। ਮੰਦਰ ਸਵਰਨ ਮਕਰਨ ਜਰਾਏ। ਤੇ ਕਹਿਣ ਲੱਗੇ ਕੁਛ ਕਰ ਆਰਾਮ ਸਾਗਰ ਵਿਵੇਕ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੇ ਗਿਆਨ ਦਾ ਸਮੁੰਦਰ ਨੇ, ਮਹਾਰਾਜ ਨੇ ਕੁਝ ਸਮਾਂ ਦੁਪਹਿਰੇ ਆਰਾਮ ਕੀਤਾ ਤੇ ਜਦੋਂ ਸ਼ਾਮ ਦਾ ਸਮਾਂ ਹੋਇਆ ਹੈ, ਤਨ ਬਸਤਰ ਸ਼ਸਤਰ ਕੋ ਪਹਿਰ ਲੀਨ। ਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਫਿਰ ਸ਼ਾਮ ਦਾ ਸਮਾਂ ਹੋਇਆ ਨਾ, ਤਿਸ ਕਾਲ ਬਹੁਰ ਕਰਕੇ ਇਸ਼ਨਾਨ। ਸ਼ਾਮ ਨੂੰ ਫਿਰ ਮਹਾਰਾਜ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਮਗਰੋਂ ਫਿਰ ਤਨ ਬਸਤਰ ਸ਼ਸਤਰ ਕੋ ਪਹਿਰ ਲੀਨ। ਤੇ ਮਹਾਰਾਜ ਜੀਆਂ ਨੇ ਆਪਣੇ ਤਨ ਦੇ ਉੱਪਰ ਸੋਹਣੇ ਵਸਤਰ ਪਾਏ ਤੇ ਵਸਤਰਾਂ ਦੇ ਉੱਪਰ ਦੀ ਪਾਤਸ਼ਾਹ ਨੇ ਸੋਹਣੇ ਸ਼ਸਤਰ ਪਹਿਨੇ ਹਨ। ਕਲਗੀ ਸੁਜਗਾ ਸਿਰ ਧਰਨ ਕੀਨ। ਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਬੜੀ ਸੋਹਣੀ ਜਿਹੜੀ ਕਲਗੀ ਹੈ ਨਾ, ਉਹ ਸਜਾਈ ਹੈ ਸੀਸ ਦੇ ਉੱਪਰ। ਬੜੀ ਸੋਹਣੀ ਦਸਤਾਰ ਬੱਧੀ ਹੈ, ਦਸਤਾਰ ਬੰਨ੍ਹ ਕੇ ਸੋਹਣੀ ਕਲਗੀ ਸਜਾਈ ਹੈ। ਮਹਾਰਾਜ ਇਸ ਵੇਲੇ ਇਸ ਪੰਡਤ ਨੂੰ ਦਰਸ਼ਨ ਦੇਣ ਵਾਸਤੇ ਬੁਲਾਉਣਾ ਚਾਹੁੰਦੇ। ਸ਼ਾਮ ਦਾ ਦੀਵਾਨ ਸਜਿਆ ਵੀ ਸ਼ਾਮ ਨੂੰ ਬੁਲਾਵਾਂਗੇ ਤੇ ਮਿਲਾਂਗੇ। ਹੁਣ ਮਹਾਰਾਜ ਦਰਬਾਰ ਵਿੱਚ ਆਉਣ ਲੱਗੇ ਨੇ। ਦਰਬਾਰ ਵਿੱਚ ਆਉਂਦਿਆਂ ਮਹਾਰਾਜ ਸੁਨੇਹਾ ਭੇਜਣਗੇ ਵੀ ਜਾਓ ਭਾਈ, ਉਹ ਜਿਹੜਾ ਬਾਗ ਵਿੱਚ ਆਇਆ ਨਾ ਕੇਸ਼ਵ ਦਾਸ ਨਾਮ ਦਾ ਬ੍ਰਾਹਮਣ, ਜਿਹੜਾ ਸਾਨੂੰ ਮਿਲਣਾ ਚਾਹੁੰਦਾ, ਉਹਨੂੰ ਬੁਲਾ ਕੇ ਲਿਆਓ। ਇਹ ਬ੍ਰਾਹਮਣ ਕਿਵੇਂ ਆਉਂਦਾ ਮਹਾਰਾਜ ਦੇ ਕੋਲ, ਕਿਹੜੇ ਕਿਹੜੇ ਸਵਾਲ ਕਰਦਾ, ਮਹਾਰਾਜ ਕੀ ਜਵਾਬ ਦੇਣਗੇ, ਇਹ ਜੱਗ ਕਰਨ ਦੀ ਗੱਲ ਕਿਵੇਂ ਕਹਿੰਦਾ, ਉਹ ਇਤਿਹਾਸ ਆਪਾਂ ਸਰਵਣ ਕਰਾਂਗੇ। ਜਿਵੇਂ ਕਿ ਬਹੁਤਾਤ ਆਪਾਂ ਇਹ ਬਚਨ ਸਰਵਣ ਕੀਤਾ ਹੈ ਨਾ, ਇਹ ਦੇਵੀ ਪ੍ਰਗਟ ਹੋਈ ਹੈ, ਮਹਾਰਾਜ ਨੇ ਦੇਵੀ ਦੀ ਪੂਜਾ ਕੀਤੀ ਕਰਵਾਈ ਹੈ, ਉਹ ਸਾਰਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਇਹਦੇ 'ਚ ਨਿਚੋੜ ਕੀ ਹੈ, ਤਾਤਪਰ ਕੀ ਹੈ, ਸਿਧਾਂਤ ਕੀ ਹੈ, ਉਹ ਆਪਾਂ ਅੱਗੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖੈ ਕਤਹਿ ਨਾ ਛੁਟੀਐ, ਬਖਸ਼ਨਹਾਰ ਬਖਸ਼ ਲੈ।